मौली धरती मौलिया आकाश, कट कट मौलिया आत्म परगास, आत्म परगास, आत्म परगास, आत्म परगास। वाहिगुरु जी का खालसा, वाहिगुरु जी की फतेह। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। ओंकार सतनाम करता पुरख निरभउ निर्वैर अकाल मूरत अजूनी सैभं गुर प्रसाद। वाहिगुरु 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 वाहिगुरु। वाहिगुरु जी का खालसा, वाहिगुरु जी की फतेह। तर੍ਹਾਂ ਦੀ ਅਪਾਰ ਬਖਸ਼ਿਸ਼ ਸਦਕਾ ਦੇਸ਼ ਵਿਦੇਸ਼ ਦੇ ਵਿਦਿਅਕ ਅਦਾਰਿਆਂ ਤੋਂ ਸੱਜ ਨਵਾਜੇ ਪ੍ਰਬੰਧਕ ਸਾਹਿਬਾਨ, ਪ੍ਰਿੰਸੀਪਲ ਸਾਹਿਬਾਨ, ਬਹੁਤ ਹੀ ਸਾਰੇ ਵਿਦਿਆਰਥੀ ਅਤੇ ਉਹਨਾਂ ਦੇ ਸਮੂਹ ਪਰਿਵਾਰਾਂ ਨੂੰ ਅਸੀਂ ਆਤਮ ਪ੍ਰਕਾਸ਼ ਦੀ ਸਮੁੱਚੀ ਟੀਮ ਵੱਲੋਂ ਅੱਜ ਦੀ ਇਸ ਵਿਦਿਅਕ ਕਾਰਜਸ਼ਾਲਾ ਲਈ ਜੀ ਆਇਆਂ ਨੂੰ ਕਹਿੰਦੇ ਹਾਂ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਸਦਕਾ ਜਿਹੜਾ ਇਹ ਕਾਫਲਾ ਬਣਿਆ ਹੈ, ਤੁਸੀਂ ਸਮੂਹਵੰਤ ਜਾਣਦੇ ਹੋ ਕਿ ਆਤਮ ਪ੍ਰਕਾਸ਼ ਦੀ ਸਮੁੱਚੀ ਟੀਮ ਦਾ ਇੱਕ ਦ੍ਰਿੜ ਵਿਸ਼ਵਾਸ ਹੈ ਕਿ ਅੱਜ ਦੇ ਮਨੁੱਖ ਦੀਆਂ, ਅੱਜ ਦੇ ਸਮਾਜ ਦੀਆਂ ਸਮੂਹ ਦਰਪੇਸ਼ ਸਮੱਸਿਆਵਾਂ ਦਾ ਜੇ ਕੋਈ ਹੱਲ ਹੈ ਤਾਂ ਉਹ ਸਿਰਫ ਸਚਿਆਰ ਮਨੁੱਖਾਂ ਦੀ ਘਾੜ ਹੈ। ਜਿੱਥੇ ਜਿੱਥੇ ਸਚਿਆਰ ਮਨੁੱਖਾਂ ਦਾ ਜਨਮ ਹੋਵੇਗਾ, ਜਿੱਥੇ ਸਚਿਆਰ ਮਨੁੱਖ ਆਪਣੇ ਚਰਨ ਪਾਉਣਗੇ, ਜਿੱਥੇ ਸੱਚਿਆ ਮਨੁੱਖਾਂ ਦਾ ਕਾਫਲਾ, ਉੱਥੇ ਸਰਬੱਤ ਦਾ ਭਲਾ ਹੋਗਾ, ਉੱਥੇ ਸੱਚ ਦਾ ਪ੍ਰਕਾਸ਼ ਹੋਵੇਗਾ। ਤੇ ਆਤਮ ਪ੍ਰਕਾਸ਼ ਦਾ ਯਤਨ ਹੁੰਦਾ ਹੈ ਕਿ ਅਸੀਂ ਇਹਨਾਂ ਵਿਚਾਰਾਂ ਵਿੱਚ, ਇਹਨਾਂ ਵਿਦਿਅਕ ਕਾਰਜਸ਼ਾਲਾਵਾਂ ਵਿੱਚ ਕੋਈ ਅਖੌਤੀ ਵਿਧਾਨ ਜਾਂ ਸਿਰਫ ਬਾਰੇ ਆਪ ਦੀ ਸੇਵਾ ਵਿੱਚ ਪੇਸ਼ ਕਰੀਏ। ਯਤਨ ਹੋਵੇ ਕਿ ਉਹ ਲੋਕ ਜਿਨ੍ਹਾਂ ਨੇ ਜੀਵਨ ਕਮਾਇਆ, ਜੀਵਨ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਸੀਸ ਰੱਖ ਕੇ ਸੋਝੀ ਪ੍ਰਾਪਤ ਕੀਤੀ ਹੈ, ਔਰ ਜੁਟੇ ਹੋਏ ਨੇ ਆਪ ਸੱਚ ਦੇ ਮਾਰਗ ਤੇ ਚੱਲਣ ਦੇ ਲਈ ਔਰ ਆਪਣੇ ਆਲੇ ਦੇ ਵਿੱਚ ਸੱਚ ਵਿਸ਼ਵ ਵੰਡਣ ਦੇ ਲਈ। ਐਸੇ ਹੀ ਗੁਰਮੁਖਾਰੇ ਗੁਰੂ ਦੇ ਨਾਲ ਜੁੜੀ ਹੋਈ ਸਤਿਕਾਰਯੋਗ ਡਾਕਟਰ ਬ੍ਰਿਜਪਾਲ ਸਿੰਘ ਜੀ ਸਾਡੇ ਨਾਲ ਅੱਜ ਦੀ ਇਸ ਕਾਰਜਸ਼ਾਲਾ ਵਿੱਚ ਹਾਜ਼ਰ ਨੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ। ਮੈਂ ਅਕਾਲ ਪੁਰਖ ਜੀ ਦਾ ਕੋਟ-ਕੋਟ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਇਹ ਮੌਕਾ ਦਿੱਤਾ ਹੈ ਕਿ ਇੰਨੀ ਵੱਡੀ, ਇੰਨੀ ਦੂਰ ਦੂਰ ਬੈਠੀ ਹੋਈ ਸਾਧ ਸੰਗਤ ਦੇ ਵਿੱਚ ਮੈਂ ਆਪਣੀ ਸਵੈ ਪੜਚੋਲ ਕਰ ਸਕਾਂ, ਮੈਂ ਆਪਣੇ ਆਪ ਨੂੰ ਆਪ ਐਗਜ਼ਾਮਿਨ ਕਰ ਸਕਾਂ। ਅਸੀਂ ਸਾਰੇ ਗਿੱਝੇ ਹੋਏ ਹਾਂ ਕਿ ਪੜ੍ਹਾਈ ਮੈਂ ਕਰਾਂ, ਪੜ੍ਹਾਉਣ ਵਾਲਾ ਕੋਈ ਹੋਰ ਤੇ ਇਮਤਿਹਾਨ ਲੈਣ ਵਾਲਾ ਕੋਈ ਹੋਰ, ਤੇ ਫਿਰ ਰਿਜ਼ਲਟ ਆਉਂਦਾ ਹੈ। ਇਹ ਸਾਰਿਆਂ ਦੀ ਸਮਨਵਯ ਕੋਆਰਡੀਨੇਸ਼ਨ ਨਾਲ ਰਿਜ਼ਲਟ ਹੁੰਦਾ ਹੈ। ਮੈਨੂੰ ਲੱਗਦਾ ਹੈ ਹਰ ਵੇਲੇ ਸਭ ਤੋਂ ਪਹਿਲੇ ਮੈਂ ਆਪਣਾ ਸਵੈ ਮੁਲਿਆਂਕਣ ਕਰਾਂ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੂੰ ਤੇ ਉਸ ਵਾਹਿਗੁਰੂ ਦੀ ਜੋਤ ਬਣ ਕੇ ਇੱਥੇ ਆਇਆ ਹੈ। ਉਹਨੇ ਆਪਣੀ ਜੋਤ ਦਾ ਅੰਸ਼ ਬਣਾ ਕੇ ਮੈਨੂੰ ਭੇਜਿਆ। ਤੇ ਮੈਂ ਜ਼ਰੂਰ ਆਪਣੇ ਆਪ ਨੂੰ ਕੁਐਸਚਨ ਕਰਾਂ ਕਿ ਮੈਂ ਕੀ ਪਾਇਆ, ਕੀ ਲੈ ਕੇ ਆਇਆ ਤੇ ਕੀ ਲੈ ਕੇ ਜਾਣਾ ਹੈ। ਮੈਨੂੰ ਨਹੀਂ ਪਤਾ ਕਿੱਥੋਂ ਆਇਆ, ਮੈਨੂੰ ਇਹ ਵੀ ਨਹੀਂ ਪਤਾ ਕਿੱਥੇ ਜਾਣਾ ਹੈ। ਮੈਨੂੰ ਇਹ ਪਤਾ ਹੈ ਕਿ ਮੇਰਾ ਨਿਰੰਕਾਰ ਹਰ ਵੇਲੇ ਹਰ ਘੜੀ ਅੰਗ ਸੰਗ ਹੈ, ਮੇਰੇ ਹਿਰਦੇ ਵਿੱਚ ਹੈ। ਜਿੱਥੇ ਮੈਂ ਤੱਕਾਂ ਉੱਥੇ ਹਾਜ਼ਰ ਹੈ, ਜਿੱਥੇ ਮੈਂ ਜਾਵਾਂ ਉਹ ਨਾਲ ਹੈ। ਜੇ ਮੈਂ ਭੈੜਾ ਵਾਂ, ਚੰਗਾ ਵਾਂ, ਮਾੜਾ ਵਾਂ, ਉਹ ਮੇਰੇ ਨਾਲ ਹੈ, ਮੇਰੇ ਅੰਦਰ ਹੈ। ਇਸ ਲਈ ਜੇ ਮੈਨੂੰ ਵਾਹਿਗੁਰੂ ਦੀ ਇਹ ਪ੍ਰੈਜ਼ੈਂਸ ਫੀਲ ਹੋ ਜਾਏ, ਜੇ ਮੈਨੂੰ ਮੇਰੇ ਅੰਦਰ ਰਿਅਲਾਈਜ਼ੇਸ਼ਨ ਆ ਜਾਏ ਕਿ I am not alone, I am being watched, ਮੈਨੂੰ ਕੋਈ ਦੇਖ ਰਿਹਾ ਹੈ, ਮੈਨੂੰ ਕੋਈ ਹਰ ਵੇਲੇ ਮੁਲਿਆਂਕਣ ਕਰ ਰਿਹਾ ਹੈ, ਔਰ ਉਹ ਮੁਲਿਆਂਕਣ ਮੇਰੇ ਥਰੂ, ਮੇਰੇ ਕੋਲੋਂ ਹੀ ਕਰਵਾ ਰਿਹਾ। ਮੈਂ ਆਪ ਹੀ ਆਪਣੇ ਆਪ ਨੂੰ ਆਪਣਾ ਮੂਲ ਸਮਝ ਕੇ ਉਹਨੂੰ ਦੇਖਾਂ। ਸੋ ਮੈਂ ਤੁਹਾਡੇ ਵਿੱਚ ਹਾਜ਼ਰ ਹਾਂ। ਮੈਂ ਤੁਹਾਨੂੰ ਕੁਝ ਦੇਣ ਜੋਗਾ ਨਹੀਂ, ਤੁਹਾਨੂੰ ਕੁਝ ਦੱਸਣ ਜੋਗਾ ਨਹੀਂ, ਪਰ ਤੁਹਾਡੇ ਅੱਗੇ ਖੁੱਲ ਕੇ ਆਪਣਾ ਆਪ ਰੱਖਣ ਲਈ ਮੈਂ ਕੁਝ ਕੋਸ਼ਿਸ਼ ਕਰਾਂਗਾ ਜਿਹਦੇ ਵਿੱਚ ਮੈਨੂੰ ਸੰਕੋਚ ਨਾ ਆਏ। ਮੇਰਾ ਚੰਗਾ ਮੰਦਾ ਸਭ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋਵੇ ਤੇ ਵਾਹਿਗੁਰੂ ਮਿਹਰ ਕਰੇ। ਮੇਰੀ ਇੱਛਾ ਹੈ ਕਿ ਅਸੀਂ ਸਾਰੇ ਇਸੇ ਤਰ੍ਹਾਂ ਆਪਣਾ ਸਵੈ ਮੁਲਿਆਂਕਣ, ਸੈਲਫ ਐਗਜ਼ਾਮੀਨੇਸ਼ਨ ਅਸੀਂ ਆਪ ਕਰੀਏ, ਹਰ ਵੇਲੇ ਕਰੀਏ, ਕਿਉਂਕਿ ਇਹ ਜੀਵਨ ਹਰ ਘੜੀ ਦੀ ਹਰ ਟਿਕ ਦੇ ਨਾਲ ਉਤਨਾ, ਜਿਤਨਾ ਟਿਕ ਹੁੰਦਾ ਉਤਨਾ ਘਟ ਰਿਹਾ ਹੁੰਦਾ ਤੇ ਬਾਕੀ ਮਿੱਥੀ ਮਿਆਦ ਦਾ ਸਮਾਂ ਰਹਿੰਦਾ। ਮੈਨੂੰ ਹੁਕਮ ਹੋਇਆ ਆਤਮ ਪ੍ਰਗਾਸ ਦੀ ਸੁਚੱਜੀ ਪਿਆਰੀ ਗੁਰੂ ਸਵਾਰੀ ਤੇ ਪਰਉਪਕਾਰੀ ਟੀਮ ਵੱਲੋਂ ਕਿ ਮੈਂ ਤੁਹਾਡੇ ਨਾਲ ਮਾਨਸ ਜਨਮ ਦੁਰਲਭ ਹੈ, ਇਸ ਬਾਰੇ ਵਿਚਾਰ ਕਰਕੇ ਆਪਣੇ ਆਪ ਨੂੰ ਸੋਚਾਂ ਕਿ ਮੈਂ ਕੀ ਹਾਂ ਤੇ ਕਿੱਥੇ ਹਾਂ। ਇਹ ਸ਼ਬਦ ਮਾਨਸ ਜਨਮ ਦੁਰਲਭ ਹੈ ਕਬੀਰ ਜੀ ਦਾ ਹੈ। ਨੰਨੇ ਨਾਲ ਮਾਨਸ ਜਨਮ ਕਬੀਰ ਸਾਹਿਬ ਜੀ ਨੇ ਲਿਖਿਆ ਹੈ। ਇਸ ਤੋਂ ਪਹਿਲੇ ਇੱਕ ਅੱਖਰ ਕਬੀਰ ਦੀ ਆਪਣੀ ਮੋਹਰ ਹੈ। ਕਬੀਰ ਮਾਨਸ ਜਨਮ ਦੁਰਲਭ ਹੈ, ਹੋਏ ਨਾ ਬਾਰੈ ਬਾਰ, ਜਿਉ ਬਨ ਫਲ ਪਾਕੇ ਭੋਏ ਗਿਰਹਿ, ਬਹੁਰ ਨਾ ਲਾਗੈ ਡਾਰ। ਬੜੀ ਆਬਵੀਅਸ ਜਿਹੀ ਗੱਲ ਹੈ ਕਿ ਜਿਹੜਾ ਪੱਕ ਕੇ ਫਲ ਗਿਰ ਗਿਆ ਹੇਠਾਂ, ਉਸਨੇ ਵਾਪਸ ਦਰਖਤ ਨਾਲ ਨਹੀਂ ਲੱਗਣਾ। ਲੇਕਿਨ ਸਾਇੰਸ ਤੇ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜਾ ਹੇਠਾਂ ਗਿਰ ਗਿਆ ਉਹ ਕਈ ਦਰਖਤ ਬਣ ਕੇ ਪੈਦਾ ਹੋ ਸਕਦਾ ਹੈ, ਉਹ ਬੀਜ ਬਣ ਸਕਦਾ ਹੈ ਹੋਰ ਬਹੁਤ ਕੁਝ ਕਰਨ ਲਈ। ਸੋ ਜੀਵਨ ਤੇ ਚਲੰਤ ਸਫਰ ਹੈ,
ਮੇਰੇ ਬਾਅਦ ਵੀ ਚੱਲਦਾ ਰਹੇਗਾ, ਮੇਰੇ ਤੋਂ ਪਹਿਲਾਂ ਵੀ ਚੱਲਦਾ ਰਿਹਾ ਸੀ, ਮੇਰੇ ਅੱਗੇ ਵੀ ਚੱਲਦੇ ਰਹੇਗਾ। ਨਾ ਮੈਨੂੰ ਮਾਣ ਦੀ ਲੋੜ ਹੈ, ਨਾ ਮੈਨੂੰ ਸ਼ਰਮ ਦੀ ਲੋੜ ਹੈ। ਇਹ ਜੀਵਨ ਤੇ ਦਾਤ ਹੈ। ਇਹ ਦੁਰਲਭ ਇਸ ਲਈ ਹੈ ਕਿ ਸਾਰਿਆਂ ਨੂੰ ਨਹੀਂ ਮਿਲਦਾ। ਅਰਬਾਂ ਖਰਬਾਂ ਜ਼ੂਓਲॉजिकल ਜੀਵਸ ਇਸ ਧਰਤੀ ਦੇ ਉੱਤੇ ਹਨ। ਮੈਂ ਕੱਲ ਪਰਸੋਂ ਹੀ ਪੜ੍ਹਿਆ ਹੈ ਕਿ ਰੋਮਾਨੀਆ ਦੇ ਵਿੱਚ ਇੱਕ ਪਿੰਡ ਹੈ ਜਿੱਥੇ ਪੱਥਰ ਤੋਂ ਪੱਥਰ ਬਣਾਈ ਜਾ ਰਹੇ ਹਨ, ਔਰ ਉਹ ਸਾਰਾ ਪ੍ਰੋਸੈਸ ਯੂਨੈਸਕੋ ਦੀ ਨਜ਼ਰ ਹੇਠਾਂ ਹੈ। ਸੋ ਅਸੀਂ ਤਾਂ ਰਾਮ ਦੇ ਨਾਲ ਭੇਜੇ ਹੋਏ ਹਾਂ। ਕਬੀਰ ਜੀ ਨੇ ਇਹ ਸ਼ਬਦ ਲਿਖਿਆ, ਇਹ ਗੁਰੂ ਗ੍ਰੰਥ ਸਾਹਿਬ ਦਾ ਵਿਚਾਰ ਹੈ, ਇਹ ਗੁਰਬਾਣੀ ਦਾ ਵਿਚਾਰ ਹੈ। ਇਹ ਕਬੀਰ ਦੇ ਨਿੱਜੀ ਵਿਚਾਰ ਵਿੱਚ ਸਾਨੂੰ ਕੋਈ ਕੋਟੇਸ਼ਨ ਨਹੀਂ ਦਿੱਤੀ ਗਈ ਕਿ ਕਬੀਰ ਜੀ ਵੀ ਦੇਖੋ ਇਹ ਕਹਿ ਰਹੇ ਹਨ। ਸਾਰੀ ਗੁਰਬਾਣੀ ਇੱਕ ਹੈ, ਉਪਦੇਸ਼ ਵੀ ਇੱਕ ਹੈ, ਉਦੇਸ਼ ਵੀ ਇੱਕ ਹੈ, ਕਿਰਿਆ ਵੀ ਇੱਕ ਹੈ। ਗੁਰਬਾਣੀ ਵਿੱਚ ਕੋਈ ਐਸਾ ਸ਼ਬਦ, ਐਸਾ ਵਿਚਾਰ ਨਹੀਂ ਜਿਹੜਾ ਕਿ ਅਮਲ ਵਿੱਚ ਨਹੀਂ ਲਿਆਇਆ ਜਾ ਸਕਦਾ। ਤੇ ਗੁਰਬਾਣੀ ਨੂੰ ਅਮਲ ਵਿੱਚ ਲਿਆਉਣਾ ਹੀ ਮੇਰਾ ਅਸਲ ਜੀਵਨ ਹੈ। ਇਸੇ ਦੇ ਵਿਚਾਰ ਵਿੱਚ ਗੁਰੂ ਰਾਮਦਾਸ ਜੀ ਨੇ ਇਹੋ ਮਾਨਸ ਜਨਮ ਦੁਰਲਭ ਹੈ, ਨਾਮ ਬਿਨਾ ਬਿਰਥਾ ਸਭ ਜਾਏ। ਬਾਕੀ ਹਰ ਜਗ੍ਹਾ ਸਪੈਲਿੰਗ ਵਿੱਚ ਨਾਣਾ ਹੈ, ਨਨਾ ਨਹੀਂ ਹੈ। ਸੋ ਇਹੋ ਮਾਨਸ ਜਨਮ ਦੁਰਲਭ ਹੈ। ਗੁਰੂ ਅਮਰਦਾਸ ਜੀ ਨੇ ਦੋ ਥਾਂ ਲਿਖਿਆ, ਮਾਨਸ ਜਨਮ ਦੁਰਲਭ ਜਗ ਮੈਂ ਖਟਿਆ ਆਏ। ਨਾਨਕ ਮਾਨਸ ਜਨਮ ਦੁਰਲਭ ਹੈ, ਸਤਿਗੁਰ ਬੂਝ ਬੁਝਾਏ। ਭਾਈ ਗੁਰਦਾਸ ਜੀ ਨੇ ਵੀ ਦੋ ਤਿੰਨ ਥਾਵਾਂ ਤੇ ਵਰਤਿਆ ਹੈ ਕਿ ਮਾਨਸ ਜਨਮ ਦੁਰਲਭ ਹੈ। ਸੋ ਇਹ ਗੁਰਬਾਣੀ ਦਾ ਤੇ ਸਿੱਖੀ ਦਾ ਮੂਲ ਵਿਚਾਰ ਹੈ ਕਿ ਅਸੀਂ ਬੜਾ ਪ੍ਰੈਸ਼ੀਅਸ ਟਾਈਮ ਲੈ ਕੇ ਆਏ ਹਾਂ। ਅਸੀਂ ਬੜੀ ਸਕੇਅਰਸ ਕਮੋਡਿਟੀ ਹਾਂ। ਅਸੀਂ ਇਕਨੋਮਿਕਸ ਵਿੱਚ, ਮੇਰਾ ਵਿਸ਼ਾ ਤੇ ਇਕਨੋਮਿਕਸ ਪੜ੍ਹਾਉਣ ਦਾ ਹੀ ਰਿਹਾ, ਤੇ ਇਕਨੋਮਿਕਸ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਅਪਾਰ ਰੱਬ ਦੀਆਂ ਦਾਤਾਂ ਵਿੱਚੋਂ ਅਸੀਂ ਆਪਣਾ ਟਾਈਮ ਸਾਡੇ ਲਈ ਮੋਸਟ ਪ੍ਰੈਸ਼ੀਅਸ ਤੇ ਮੋਸਟ ਕੀਮਤੀ ਚੀਜ਼ ਇਸ ਜੀਵਨ ਵਿੱਚ ਹੈ। ਇਹ ਟਾਈਮ ਜਿਹੜਾ ਹੈ ਉਹ ਘੜੀ ਦੀ ਟਿਕ ਟਿਕ ਨਾਲ, ਪਾਣੀ ਦੀ ਬੂੰਦ ਨਾਲ, ਹਰ ਸਰਕੰਡੇ ਦੀ ਸਰਸਰ ਨਾਲ, ਹਵਾ ਦੇ ਝੋਲੇ ਦੇ ਨਾਲ ਘਟਦਾ ਜਾ ਰਿਹਾ ਹੈ। ਜੋ ਮੈਂ ਆਰੇ ਲੈ ਆਇਆ ਉਹ ਮੇਰੇ ਨਾਲ ਚੰਗਾ ਬਣ ਜਾਏਗਾ। ਜੇ ਮੈਂ ਨਹੀਂ ਲਿਆ ਸਕਿਆ ਤਾਂ ਉਸ ਹੱਦ ਤੱਕ ਮੈਂ ਆਪਣੇ ਆਪ ਵਿੱਚ ਆਪਣੀ ਅਸਫਲਤਾ, ਫੇਲਰ ਸਮਝਾਂਗਾ। ਕਬੀਰ ਜੀ ਨੇ ਇਸ ਸ਼ਬਦ ਦੇ ਨਾਲ ਹੀ ਰਾਮ ਰਤਨ ਤਬ ਪਾਈਐ ਜੋ ਪਹਿਲੇ ਤਜੈ ਸਰੀਰ ਇੱਕ ਥਾਂ ਲਿਖਿਆ। ਸੋ ਰਾਮ ਦਾ ਰਤਨ ਜਿਹੜਾ ਇਹ ਸਾਨੂੰ ਸਮਾਂ ਮਿਲਿਆ, ਉਹ ਜੋ ਪਹਿਲੇ ਤਜੈ ਸਰੀਰ, ਇਹਦਾ ਮਤਲਬ ਇਹ ਨਹੀਂ ਕਿ ਜਦੋਂ ਮੈਂ ਮਰ ਜਾਵਾਂ ਉਦੋਂ ਸ਼ੁਰੂ ਹੋਣਾ ਹੈ। ਜਦੋਂ ਮੈਂ ਸਰੀਰ ਦੀ ਪਕੜ ਤੋਂ ਨਿਕਲਾਂਗਾ, ਜਦੋਂ ਮੈਂ ਸਰੀਰ ਦੀ ਆਪਣਤ ਤੋਂ ਨਿਕਲਾਂਗਾ, ਜਦੋਂ ਮੈਂ ਸਰੀਰ ਦੇ ਨਾਲ ਜਿਤਨਾ ਕੁ ਮੈਂ ਜਕੜਿਆ ਪਿਆ ਉਸ ਤੋਂ ਹਟਾਂਗਾ, ਤਾਂ ਮੈਂ ਰਤਨ ਜਨਮ ਨੂੰ ਅਸਲ ਪਾ ਸਕਾਂ। ਸੋ ਇਹਦਾ ਮਤਲਬ ਹੈ ਮੇਰਾ ਜਨਮ ਮੇਰਾ ਸਰੀਰ ਨਹੀਂ ਹੈ। ਸਿਰਫ ਸਰੀਰ ਨੂੰ ਕਾਇਮ ਰੱਖਣਾ ਇਹ ਮੇਰਾ ਉਦੇਸ਼ ਇਸ ਜੀਵਨ ਦਾ ਰੱਬ ਨੇ ਇਸ ਲਈ ਨਹੀਂ ਭੇਜਿਆ। ਮੇਰੇ ਬੜੇ ਪਿਆਰੇ ਮਿੱਤਰ ਜ਼ੂਓਲॉजिकल ਸਾਇੰਟਿਸਟ ਹਨ, ਪੰਜਾਬ ਗਵਰਨਮੈਂਟ ਦੇ ਉਹ ਸਾਇੰਟਿਫਿਕ ਐਡਵਾਈਜ਼ਰ ਵੀ ਰਹੇ ਨੇ, ਯੂਨੀਵਰਸਿਟੀ ਦੇ ਬਹੁਤ ਪ੍ਰੋਫੈਸਰ ਹੈਡ ਰਹੇ ਨੇ। ਅਲੀਗੜ੍ਹ ਯੂਨੀਵਰਸਿਟੀ 'ਚ ਉਹਨਾਂ ਦੀ ਬੜੀ ਪਿਆਰੀ ਛਾਪ ਹੈ। ਡਾਕਟਰ ਢਿੱਲੋਂ ਕਰਕੇ ਮਸ਼ਹੂਰ ਸਨ, SS ਢਿੱਲੋਂ। ਉਹ ਕਹਿੰਦੇ ਹੁੰਦੇ ਸਨ ਕਿ ਲਾਈਫ ਦਾ ਸਭ ਤੋਂ ਵੱਡਾ ਗੁਣ ਕੀ ਹੈ? ਜਿੰਦਾ ਹੋਣਾ।
ਜਿੰਦਾ ਰੱਖਣਾ, ਆਪਣੇ ਆਪ ਨੂੰ ਜਿੰਦਾ ਰੱਖਣਾ। ਸਾਰੇ ਪਸ਼ੂ, ਸਾਰੇ ਕੀੜੇ, ਸਾਰੀ ਬਨਸਪਤੀ, ਸਾਰਾ ਕੁਝ ਇਸ ਵਿੱਚ ਹੈ। ਇਸ ਨਾਲ ਮੈਂ ਸਾਇੰਸ ਦੇ ਨਾਲ ਕੰਪਲੀਟਲੀ ਸਹਿਮਤ, ਨਾ ਵੀ ਸਹਿਮਤ ਹੋਵਾਂ ਇਹ ਤਾਂ ਸੱਚ ਹੈ। ਲੇਕਿਨ ਸਿਰਫ ਜਿਉਣਾ ਹੀ ਜਿਉਣਾ ਨਹੀਂ ਹੈ। ਜ਼ਿੰਦਾ ਰਹਿਣਾ, ਕੀੜਾ ਮਕੌੜਾ ਅੱਗੇ ਪਿੱਛੇ ਸਾਰੇ ਇਵੇਂ ਕਰਦੇ ਹਨ। ਇੱਕ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਨ, ਡਾਕਟਰ ਭਗਤ ਸਿੰਘ ਸਨ। ਉਹ ਇੱਥੇ ਪਟਿਆਲੇ ਅਕੈਡਮੀ ਆਫ ਸਿੱਖ ਰਿਲੀਜਨ ਐਂਡ ਕਲਚਰ ਦੇ ਪ੍ਰਧਾਨ ਸਨ। ਸੰਜੋਗਵਸ਼ ਮੈਂ ਉਹਦਾ ਸੈਕਟਰੀ ਸੀ। ਤੇ ਉਹਨਾਂ ਨੇ ਇੱਕ ਦਿਨ ਮੈਨੂੰ ਕਿਹਾ ਆਪਣੇ ਸਟਾਈਲ ਵਿੱਚ, ਕਹਿੰਦੇ ਦੇਖ ਸਾਰੀ ਉਮਰ ਅਸੀਂ ਚੱਕ ਮਾਰੀ ਹੈ, ਕੱਖ ਨਹੀਂ ਕੀਤਾ। ਅਸੀਂ ਆਪਣੇ ਆਪ ਨੂੰ ਪਾਲਿਆ ਜਾਂ ਬੱਚੇ ਪਾਲੇ ਨੇ, ਕੀੜੇ ਮਕੌੜੇ ਕਰਦੇ ਹੀ ਨਹੀਂ। ਇਹ ਕੋਈ ਅਸੀਂ ਵੱਡਾ ਕੰਮ ਨਹੀਂ ਕੀਤਾ। ਜਿਉਣਾ, ਬੱਚੇ ਪੈਦਾ ਕਰਨਾ, ਬੱਚਿਆਂ ਨੂੰ ਜਿਉਣਾ ਸਿਖਾਣਾ ਤੇ ਉਹਨਾਂ ਨੂੰ ਸਿਖਾ ਕੇ ਉਹਨਾਂ ਨੂੰ ਵਾਹ ਤਗੜਾ ਕਰਕੇ ਬੜਾ ਮਾਣ ਮਹਿਸੂਸ ਕਰਨਾ। This is one of the base। ਇੱਕ ਹੁੰਦਾ ਬੇਸ ਜਿਹਨੂੰ ਅਸੀਂ ਕਹਿੰਦੇ ਹਾਂ ਆਧਾਰ ਮੂਲ, ਇੱਕ ਬੇਸ ਹੁੰਦਾ ਜਿਹੜੀ ਨਿਰਮੂਲ ਬੜੀ ਘਟੀਆ ਜਿਹੀ ਚੀਜ਼ ਹੈ। ਮੈਂ ਘਟੀਆ ਦੇ ਰੂਪ ਵਿੱਚ ਕਹਿ ਰਹੀ। ਜਿਉਣਾ ਤੇ ਬੱਚੇ ਪਾਲਣਾ ਇਹ ਕੋਈ ਬੜੀ ਵੱਡੀ ਐਕਟੀਵਿਟੀ ਨਹੀਂ। ਕੀੜੇ ਮਕੌੜੇ, ਜਾਨਵਰ, ਪਸ਼ੀ ਪੰਛੀ, ਘਾਰ ਸਾਰੇ ਕਰਦੇ ਨੇ। ਫਿਰ ਮਾਨਸ ਜਨਮ ਦੁਰਲਭ ਕਿਉਂ ਹੈ? ਸਾਰੇ ਕਹਿੰਦੇ ਨੇ, ਸਾਇੰਟਿਸਟ ਇਹ ਮੰਨਦੇ ਨੇ ਮਾਨਸ ਜਨਮ ਇਸ ਲਈ ਕਿ ਇਹਦੇ ਚ ਵਿਜ਼ਡਮ ਹੈ। ਇਹਦੇ ਵਿੱਚ ਦਿਮਾਗ ਜਿਹੜਾ ਸਾਰਿਆਂ ਵਿੱਚ ਦਿਮਾਗ ਹੈ, ਲੇਕਿਨ ਮਨੁੱਖੀ ਦਿਮਾਗ ਆਪਣੀ এনवायरमेंट ਨੂੰ ਆਪ ਕੰਟਰੋਲ ਕਰ ਸਕਦਾ ਹੈ। ਬਾਕੀ ਜੀਵ ਕੋਲ ਬਹੁਤ ਥੋੜਾ ਦਾਇਰਾ ਜਿਹਦੇ ਵਿੱਚ ਉਹ ਆਪਣੀ এনवायरमेंट ਆਪ ਬਣਾਉਣ। ਆਦਮੀ ਦੇ ਕੋਲ ਬਹੁਤ ਵਿਸ਼ਾਲ ਹੈ। ਇਹ ਵੀ ਕੋਈ ਬਹੁਤ ਵੱਡੀ ਗੱਲ ਹੈ। ਮੈਂ ਇਸ ਨੂੰ ਵੀ ਛੋਟੀ ਜਿਹੀ ਗੱਲ ਸਮਝਦਾ। ਆਪਣੇ ਆਪ ਵਿੱਚ ਆਪਣੀ এনवायरमेंट ਨੂੰ ਚੰਗਾ ਬਣਾ ਕੇ ਰੱਖਣਾ, ਖੁਸ਼ੀ ਮਹਿਸੂਸ ਕਰਨਾ, ਜਿਉਂਦੇ ਰਹਿਣਾ, ਬੱਚੇ ਪੈਦਾ ਕਰਦੇ। ਮਾਨਸ ਜਨਮ ਇਸ ਲਈ ਦੁਰਲਭ ਨਹੀਂ। ਮਾਨਸ ਜਨਮ ਇਸ ਲਈ ਦੁਰਲਭ ਹੈ ਕਿ ਇਹ ਸਾਰਿਆਂ ਨੂੰ ਨਹੀਂ ਮਿਲਦਾ। ਤੇ ਰਾਮ ਰਤਨ ਤਬ ਪਾਈਐ ਜੋ ਪਹਿਲੇ ਤਜੈ ਸਰੀਰ। ਇਸ ਸਰੀਰ ਦੀ ਪਕੜ ਤੋਂ, ਸਰੀਰ ਦੀ ਅਪਣਤ ਤੋਂ ਉੱਠ ਕੇ ਅਸੀਂ ਸਵੈ ਪੜਚੋਲ ਕਰੀਏ ਕਿ ਮੈਂ ਕਿਉਂ ਆਇਆ। ਤੁਮ ਆਇਓ ਲਾਹਾ ਲੈਣ, ਲੱਗਾ ਕਿਤ ਕੁ ਫਕੜੇ ਸਮੁਖ ਦੀ ਚਲੀ ਰਹਿਣ। ਉਹ ਲਾਹਾ ਕਿਹੜਾ ਹੈ ਜਿਹੜਾ ਮੈਂ ਲੈਣ ਆਇਆ? ਉਹ ਲਾਹਾ ਜਿਹੜਾ ਹੈ ਉਸ ਨੂੰ ਵਿਚਾਰਨ ਲਈ ਤੇ ਉਹਦੇ ਉੱਤੇ ਸਮਾਂ ਦੇਣ ਲਈ ਮੈਂ ਕੁਝ ਆਪ ਜੀ ਨਾਲ ਵਿਚਾਰ ਕਰਾਂਗਾ। ਇਸ ਲਈ ਕਰ ਰਿਹਾ ਕਿ ਜਿਸ ਲੈਵਲ ਤੇ ਮੈਂ ਖੜਾ ਵਾਂ, ਮੈਂ ਚਾਹੁੰਦਾ ਕਿ ਸਾਰੇ ਇਸ ਲੈਵਲ ਤੇ ਮੈਨੂੰ ਬੜੀ ਦੇਰ ਲੱਗੀ ਹੈ ਇੱਥੇ ਪਹੁੰਚਣ ਨੂੰ, ਇਹ ਸਮਝਣ ਨੂੰ। ਮੈਂ ਇੱਕ ਦਿਨ ਆਪਣੇ ਵਾਹਿਗੁਰੂ ਅੱਗੇ ਅਰਦਾਸ ਵੀ ਨਹੀਂ ਕੀਤੀ, ਚਲੋ ਇੱਛਾ ਪ੍ਰਗਟ ਕੀਤੀ ਕਿ ਸੱਚੇ ਪਾਤਸ਼ਾਹ ਰਿਟਾਇਰਮੈਂਟ ਦੇ ਬਾਅਦ ਮੇਰੀ ਤੂੰ ਰੋਟੀ ਦਾ ਵਸੀਲਾ ਬਣਾ ਦੇਵੇਂ ਤੇ ਮੈਨੂੰ ਸਿਰਫ ਆਪਣੇ ਚਰਨਾਂ ਜੋਗਾ ਛੱਡ ਦੇ। ਵਾਹਿਗੁਰੂ ਨੇ ਉਹ ਗੱਲ ਬੜੀ ਜਲਦੀ ਪੂਰੀ ਕਰ ਦਿੱਤੀ। ਮੈਨੂੰ ਬੜੀ ਜਲਦੀ ਰਿਅਲਾਈਜ਼ ਹੋ ਗਿਆ ਕਿ ਮੇਰੀਆਂ ਲੋੜਾਂ ਇਤਨੀਆਂ ਵੱਡੀਆਂ ਨਹੀਂ ਹਨ ਤੇ ਜਿਤਨੀਆਂ ਲੋੜਾਂ ਹਨ ਉਹ ਮੇਰੀ ਪੈਨਸ਼ਨ ਵਿੱਚ ਸੰਪੂਰਨ ਹੋ ਜਾਂਦੀਆਂ। ਸੋ ਦੈਟ ਵੇ ਮੈਨੂੰ ਉਹ ਪ੍ਰੋਬਲਮ ਨਹੀਂ ਇਸ ਵੇਲੇ ਜੋ ਦੂਜਿਆਂ ਨੂੰ ਹੁੰਦਾ, ਜਿਨ੍ਹਾਂ ਕੋਲ ਨੌਕਰੀ ਨਹੀਂ, ਜਿਨ੍ਹਾਂ ਨੇ ਹਾਲੇ ਆਪਣੇ ਆਪ ਕਰਨਾ। ਮੈਂ ਉਸ ਪਾਸੇ ਵੱਲ ਆਵਾਂਗਾ। ਲੇਕਿਨ ਮੈਂ ਦੇਣਦਾਰ ਕਿਸ ਦਾ? ਆਪਣੇ ਸਰੀਰ ਦਾ, ਕਿ ਜਿਸ ਨੇ ਮੈਨੂੰ ਸਰੀਰ ਦਿੱਤਾ, ਜਿਸ ਨੇ ਮੈਨੂੰ ਇਹ ਦਾਤਾਂ ਦਿੱਤੀਆਂ। ਮੈਂ ਦਾਤਾਂ ਵੱਲ ਦੇਖਾਂ ਕਿ ਦਾਤਾਰ ਵੱਲ ਦੇਖਾਂ? ਤੁਹਾਨੂੰ ਹਾਸੇ ਦੀ ਗੱਲ ਦੱਸਦਾ ਵਾਂ।
ਮੇਰੇ ਕੋਲ ਇੱਥੇ ਪਟਿਆਲੇ ਮੇਰੇ ਪੋਤੇ ਦਾ ਜਨਮ ਹੋਇਆ। ਉਸ ਵੇਲੇ ਉਸ ਦਾ ਪਿਤਾ, ਉਹਦੇ ਫਾਦਰ, ਉਹ ਬਾਹਰ ਸਨ ਤੇ ਮੇਰੀ ਨੂੰਹ ਇੱਥੇ ਸੀ, ਬੱਚਾ ਇੱਥੇ ਹੋਇਆ। ਤਾਂ ਉਹ ਟੈਲੀਫੋਨ ਕਰਦਾ ਰਹਿੰਦਾ ਸੀ, ਮੇਰਾ ਲੜਕਾ ਹਰ ਵੇਲੇ ਉਹਦੇ ਨਾਲ, ਔਰ ਬੱਚਾ ਥੋੜਾ ਵੱਡਾ ਹੋ ਗਿਆ ਤਾਂ ਉਹ ਟੈਲੀਫੋਨ ਤੇ ਉਹ ਨਾਲ ਹੱਸਦਾ ਖੇਡਦਾ ਗੱਲਾਂ ਕਰਦਾ ਸੀ। ਤਾਂ ਇੱਕ ਦਿਨ ਉਹਨੇ ਆਉਣਾ ਹੀ ਸੀ, ਮੇਰਾ ਬੇਟਾ ਵਾਪਸ ਆ ਗਿਆ ਤੇ ਆਪਣੇ ਮੁੰਡੇ ਨੂੰ ਚੁੱਕ ਕੇ ਤੇ ਉਹਨੂੰ ਉੱਠ ਕੇ ਪਿਆਰ ਕਰਨ ਵਾਲੇ ਧਰਿਆ ਤੇ ਕਹਿੰਦੇ ਮੈਂ ਤੇਰਾ ਪਾਪਾ। ਉਹ ਸਿਰ ਮਾਰ ਦਿੱਤਾ ਉਹਨੇ ਕਿ ਨਹੀਂ, ਉਂਗਲੀ ਲਾ ਕੇ ਟੈਲੀਫੋਨ ਵੱਲ ਹੱਥ ਕਰਕੇ ਕਹਿੰਦਾ ਪਾਪਾ ਇਹਦੇ ਵਿੱਚ ਹੈ। ਅਸੀਂ ਸਾਰੇ ਇੰਜ ਭੁੱਲੇ, ਅਸੀਂ ਟੈਲੀਫੋਨ ਨੂੰ ਪਾਪਾ ਸਮਝ ਬੈਠੇ ਹਾਂ। ਅਸੀਂ ਇਸ ਜੀਵਨ ਨੂੰ ਇਹ ਸਮਝ ਬੈਠੇ ਹਾਂ ਕਿ ਇਹੀ ਸਭ ਕੁਝ ਹੈ। ਜੀਵਨ ਤੋਂ ਮਤਲਬ ਮੇਰਾ ਸਰੀਰ। ਜੀਵਨ ਸਰੀਰ ਨਹੀਂ ਹੈ, ਜੀਵਨ ਸਵਾਸ ਹੈ ਤੇ ਉਹ ਸਾਰੇ ਸਾਧਨ ਹਨ। ਮੈਂ ਇੱਕ ਬੰਦੇ ਤੋਂ ਅਰਦਾਸ ਕਰਦੇ ਸੁਣਿਆ ਹੁਣੇ ਕਈ ਦਿਨਾਂ ਤੋਂ। ਉਹ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਅਰਦਾਸ ਕਰਦੇ, ਕਹਿੰਦੇ ਸੱਚੇ ਪਾਤਸ਼ਾਹ ਤੇਰਾ ਕੋਟ ਕੋਟ ਸ਼ੁਕਰ, ਤੂੰ ਅਰਬਾਂ ਦਾਇਤਾਂ ਦਿੱਤੀਆਂ, ਇਸ ਬ੍ਰਹਿਮੰਡ ਦੇ ਵਿੱਚ ਮੇਰਾ ਵਾਸ ਦਿੱਤਾ, ਇਤਨੀਆਂ ਵੱਡੀਆਂ ਦਾਤਾਂ ਦਿੱਤੀਆਂ, ਮੈਨੂੰ ਸਰੀਰ ਦਿੱਤਾ, ਸਵਾਸ ਦਿੱਤੇ, ਸਿਹਤ ਦਿੱਤੀ, ਤੇ ਇਹ ਕਿਰਪਾ ਕੀਤੀ ਕਿ ਮੈਂ ਤੇਰੇ ਦਰ ਤੇ ਮੱਥਾ ਟੇਕਣ ਜੋਗਾ ਤੇਰੇ ਕੋਲ ਆ ਗਿਆ। ਮੈਂ ਤੇਰਾ ਕੋਟ ਕੋਟ ਸ਼ੁਕਰ ਕਰਦਾ। ਹੁਣ ਇਹ ਦਾਤ ਦੇ ਕਿ ਮੈਂ ਤੇਰੇ ਜੋਗਾ ਬਣ ਜਾ, ਕਿ ਮੈਂ ਤੇਰੇ ਨਾਲ ਮੇਰੀ ਪੱਕੀ ਗੰਢ ਪੈ ਜਾ। ਸੋ ਅਸੀਂ ਟੈਲੀਫੋਨ ਨੂੰ ਜਾਂ ਟੈਕਨੋਲੋਜੀ ਨੂੰ ਜਾਂ ਘਰ ਨੂੰ, ਇਸਤਰੀ ਨੂੰ, ਪਰਿਵਾਰ ਨੂੰ, ਨੌਕਰੀ ਨੂੰ, ਆਪਣੀ ਸਕਸੈਸ ਨੂੰ ਜਾਂ ਆਪਣੀ ਫੇਲਰ ਨੂੰ ਆਪਣਾ ਜੀਵਨ ਨਾ ਸਮਝੀਏ। ਜੀਵਨ ਲਾਹਾ ਲੈਣ ਲਈ ਹੈ। ਉਹ ਲਾਹਾ ਕੀ ਹੈ? ਆਓ ਅਸੀਂ ਵਿਚਾਰੀਏ ਕਿ ਸਾਧਨ ਕੀ ਨੇ ਤੇ ਲੈਣਾ ਕੀ ਹੈ ਤੇ ਕਿੰਜ ਲੈਣਾ ਹੈ। ਤੁਸੀਂ ਸਾਰੇ ਆਤਮ ਪ੍ਰਗਾਸ ਦੇ ਨਾਲ ਮੇਰੇ ਤੋਂ ਬਹੁਤ ਜ਼ਿਆਦਾ ਤੇ ਬਹੁਤ ਪਿਆਰੇ ਤੇ ਚੰਗੀ ਤਰ੍ਹਾਂ ਜੁੜੇ ਹੋਏ ਹੋ। ਤੁਹਾਨੂੰ ਪਤਾ ਹੈ ਕਿ ਆਤਮ ਪ੍ਰਗਾਸ ਨੇ ਇੱਕ ਟਾਈਮ ਟੇਬਲ, ਸਮੇਂ ਸਾਰਣੀ ਵੀ ਬਣਾ ਕੇ ਤੁਹਾਨੂੰ ਦਿੱਤੀ ਹੋਈ ਹੈ ਕਿ ਸਾਰਾ ਦਿਨ ਕੀ ਕਰਨਾ ਹੈ। ਸੋ ਮੈਂ ਸਾਰਾ ਦਿਨ ਕੀ ਕਰਨਾ ਹੈ ਨੂੰ, ਜੋ ਮੈਂ ਅੰਤਮ ਰੂਪ ਵਿੱਚ ਇੱਥੇ ਆਇਆ ਕਰਨਾ ਹੈ ਤੇ ਇੱਥੋਂ ਲੈ ਕੇ ਜਾਣਾ, ਉਹਦੇ ਨਾਲ ਜੋੜਨਾ ਚਾਹੁੰਦਾ, ਬੇਨਤੀ ਕਰਦਾ ਕਿ ਸਾਰਾ ਦਿਨ ਉਹ ਕਰਨਾ ਹੈ ਜਿਹੜਾ ਮੈਨੂੰ ਉੱਥੇ ਲੈ ਜਾਵੇ ਜਿਸ ਲਈ ਮੈਂ ਆਇਆ ਹਾਂ। ਤੂੰ ਆਇਓ ਲਾਹਾ ਲੈਣ। ਉਹ ਲਾਹਾ ਕੀ ਹੈ? ਭਈ ਪ੍ਰਾਪਤ ਮਾਨੁਖ ਦੇਹੁਰੀਆ। ਬੜਾ ਪਿਆਰਾ ਅੱਗੋਂ ਸ਼ਬਦ ਹੈ, ਉਹ ਅਸੀਂ ਸੁਣਿਆ ਹੋਇਆ, ਪਿਆਰ ਨਾਲ ਪੜ੍ਹਦੇ ਵੀ ਹਾਂ, ਪਤਾ ਨਹੀਂ ਉਹ ਰੀਅਲਾਈਜ਼ ਕਰਦੇ ਹਾਂ ਕਿ ਨਹੀਂ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਅਸੀਂ ਸ਼ਬਦ ਬੜੇ ਪਿਆਰ ਨਾਲ ਪੜ੍ਹਦੇ ਹਾਂ ਰਹਿਰਾਸ ਸਾਹਿਬ, ਤੁਸੀਂ ਸਾਰੇ ਪੜ੍ਹਦੇ ਹੋ, ਮੈਨੂੰ ਪਤਾ ਹੈ। ਲੇਕਿਨ ਕੀ ਅਸੀਂ ਅੰਦਰ ਆਪਣੇ ਨਿਸ਼ਠੇ ਦੇ ਨਾਲ ਇਹ ਤੱਕਦੇ ਹਾਂ ਕਿ ਕੀ ਮੈਂ ਆਪਣੇ ਸਮੇਂ ਦਾ ਬਹੁਤਾ ਸਮਾਂ, ਜਿਤਨਾ ਕਿ ਮੈਨੂੰ ਉਮਰ ਮਿਲੀ ਹੈ, ਉਸ ਦਾ ਬਹੁਤਾ ਸਮਾਂ ਕੀ ਮੈਂ ਉਹ ਲਾਹਾ ਲੈਣ ਲਈ ਕਰ ਰਿਹਾ ਕਿ ਮੈਂ ਸਿਰਫ ਸਰੀਰ ਨੂੰ ਕਾਇਮ ਰੱਖਣ ਲਈ ਕੀੜਿਆਂ ਮਕੌੜਿਆਂ ਵਾਂਗ ਜੀ ਰਿਹਾ। ਕੀੜੇ ਮਕੌੜਿਆਂ ਦਾ ਐਨਵਾਇਰਮੈਂਟਲ ਕੈਪੈਸਿਟੀ ਨੇੜੇ ਦੀ ਰਹਿੰਦੀ ਹੈ ਠੀਕ ਕਰਨ ਦੀ, ਇਨਸਾਨ ਦੀ ਬਹੁਤ ਵੱਡੀ ਹੈ। ਉਹ ਸਮਝਦਾ ਹੈ ਕਿ ਮੈਂ ਇਸ ਧਰਤੀ ਤੋਂ ਨਿਕਲ ਕੇ ਪੁਲਾੜ ਵਿੱਚ, ਪੁਲਾੜ ਤੋਂ ਉੱਤੇ ਸ਼ਾਇਦ ਹੋਰ ਜਗ੍ਹਾ ਵੀ ਉਹਨਾਂ ਸਾਧਨਾਂ ਨਾਲ ਵੀ ਸਾਂਝ ਕਾਇਮ ਕਰ ਲਵਾਂਗਾ।
ਮੈਨੂੰ ਯਾਦ ਆਇਆ ਮੈਂ ਮਸੂਰੀ ਜਦੋਂ ਪੜ੍ਹਾਉਂਦਾ ਸੀ, ਐਡਮੰਡ ਹਿਲੈਰੀ ਜਿਨ੍ਹਾਂ ਨੇ ਕਿ ਬੜੀ ਪੁਰਾਣੀ ਗੱਲ ਹੈ, ਉਹ ਹੀਰੋ ਸਨ, ਮਾਊਂਟ ਐਵਰੈਸਟ ਦੇ ਪਹਿਲੇ ਜਿਹੜੇ ਕੌਂਕਰਰ, ਸਭ ਤੋਂ ਉੱਚੀ ਪਹਾੜੀ ਦੇ ਉੱਤੇ ਚੜ੍ਹ ਕੇ ਉਹਨਾਂ ਨੇ ਲੈਕਚਰ ਦਿੱਤਾ, ਬਹੁਤ ਵੱਡਾ ਸੀ। ਮੈਂ ਬਾਅਦ ਵਿੱਚ ਰੋਟੀ ਖਾਂਦੇ ਉਹਨਾਂ ਦੇ ਕੋਲ ਬੈਠ ਕੇ ਉਹਨਾਂ ਨਾਲ ਪੁੱਛਿਆ, ਮੈਂ ਕਿਹਾ ਇਹ ਦੱਸੋ, ਜਿਸ ਵੇਲੇ ਤੁਸੀਂ ਮਾਊਂਟ ਐਵਰੈਸਟ ਦੀ ਚੋਟੀ ਦੇ ਉੱਤੇ ਚੜ੍ਹ ਗਏ, ਕਿੰਨੀ ਦੇਰ ਰੁਕੇ? He said, few minutes, seconds, ਕਿਉਂਕਿ ਵਾਪਸ ਆਉਣਾ ਸੀ, ਜਿੰਦੇ ਰਹਿਣਾ ਸੀ, ਲੋਕਾਂ ਨੂੰ ਦੱਸਣਾ ਸੀ ਕਿ ਮੈਂ ਫਤਿਹ ਕਰਕੇ ਆਇਆ। ਤੇ ਮੈਂ ਕਿਹਾ ਉਸ ਕਸ਼ਣਾਂ ਦੇ ਵਿੱਚ ਤੁਹਾਡੀ ਬਿਰਤੀ ਕੀ ਸੀ? He became completely silent, introspection mood ਵਿੱਚ ਅੱਖਾਂ ਬੰਦ ਕਰਕੇ ਮੈਨੂੰ ਕਹਿੰਦੇ, ਸਰਦਾਰ ਸਾਹਿਬ, ਉਸ ਵੇਲੇ ਮੈਨੂੰ ਇਹ ਲੱਗਿਆ ਕਿ ਇਹ ਸਾਰੀ ਕਾਇਨਾਤ ਦੇ ਵਿੱਚ ਕੇਵਲ ਤੇ ਕੇਵਲ ਕਰਤਾ ਹੀ ਹੈ, ਹੋਰ ਸਾਰੇ ਕੁਝ ਵੀ। ਉਹਨੂੰ ਉਸ ਕਸ਼ਣ ਪਤਾ ਚੱਲ ਗਿਆ ਕਿ ਕਰਤਾ ਕਰਤਾ ਪੁਰਖ ਹੈ। ਹਾਲੇ ਉਹਨੂੰ ਇਹ ਨਹੀਂ ਸੀ ਸ਼ਾਇਦ ਪਤਾ ਚੱਲਿਆ, ਜਿਹੜੀ ਗੁਰੂ ਨਾਨਕ ਦੀ ਨਜ਼ਰ ਨੇ ਸਾਨੂੰ ਨਜ਼ਰ ਦਿੱਤੀ, ਕਿ ਉਹ ਇੱਕ ਓੰਕਾਰ ਹੈ, ਸਿਰਫ ਉਹ ਹੀ ਹੈ, ਹੋਰ ਕੁਝ ਹੈ ਹੀ ਨਹੀਂ। ਮਾਊਂਟ ਐਵਰੈਸਟ ਵੀ ਉਹੀ ਹੈ, ਸਾਗਰ ਵੀ ਉਹੀ ਹੈ, ਬੂੰਦ ਵੀ ਉਹੀ ਹੈ, ਆਕਾਸ਼ ਵੀ ਉਹੀ ਹੈ, ਬ੍ਰਹਮੰਡ ਵੀ ਉਹੀ ਹੈ, ਕਣ ਵੀ ਉਹੀ ਹੈ, ਚੰਗਿਆਈ ਵੀ ਉਹ ਹੈ, ਬੁਰਾਈ ਵੀ ਉਹ ਹੈ, ਸੁੰਦਰਤਾ ਵੀ ਉਹ ਹੈ, ਕੋਝ ਵੀ ਉਹ। ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਜਲਸ, ਤੂੰ ਹੀ ਥਲਸ, ਤੂੰ ਹੀ ਨਦਿਸ, ਤੂੰ ਹੀ ਨਦਸ, ਤੂੰ ਹੀ ਬ੍ਰਿਛਸ, ਤੂੰ ਹੀ ਪਤਸ, ਤੂੰ ਹੀ ਹੈ। ਉਸ ਤੂੰ ਹੀ ਦੇ ਕਰਤਾ ਪੁਰਖ ਨਾਲ ਜੁੜਨਾ, ਇਹ ਸਾਡਾ ਜੀਵਨ ਦਾ ਉਦੇਸ਼ ਹੈ। ਹਿਲੇਰੀ ਸਾਹਿਬ, ਐਡਮੰਡ ਹਿਲੇਰੀ ਨੇ ਮੈਨੂੰ ਇਹ ਕਿਹਾ ਉਸ ਵੇਲੇ। ਮੈਂ ਕਿਹਾ ਜੀ ਉਹ ਭਾਵਨਾ, ਉਹ ਬਿਰਤੀ ਇਤਨੀ ਪਵਿੱਤਰ, ਕਹਿੰਦੇ ਮੈਂ ਉਹ ਡਿਸਕ੍ਰਾਈਬ ਨਹੀਂ ਕਰ ਸਕਦਾ ਹਾਊ ਆਈ ਫੈਲਟ। ਮੈਂ ਕਿਹਾ ਕਿੰਨੀ ਦੇਰ ਰਹੀ? ਕਹਿੰਦੇ ਜਸਟ। ਉਹਦੇ ਬਾਅਦ ਕਹਿੰਦੇ ਮੈਨੂੰ ਇਹ ਆਪਣਾ ਰਕਸ ਕਿੱਥੇ ਹੈ, ਮੈਂ ਜਾਣਾ ਕਿੱਥੇ ਹੈ, ਤੇ ਸਮਾਨ ਕਿੱਥੇ ਹੈ, ਤੇ ਹੇਠਾਂ ਕਿੰਜ ਉਤਰਨਾ। ਫਿਰ ਮੈਂ ਸਾਰੇ ਗੇੜ ਵਿੱਚ ਪੈ ਗਿਆ ਤੇ ਮੈਨੂੰ ਉਹ ਭੁੱਲ ਗਿਆ। ਪਰ ਹਾਲੇ ਵੀ I cherish those moments when I felt that there is nothing but God all over. ਉਹ ਜਿਹੜੀ ਮੂਮੈਂਟ ਕਰਤਾ ਪੁਰਖ ਦੇ ਨਾਲ ਮਿਲਣ ਦੀ ਹੈ, ਜੇ ਉਹ ਮੇਰੀ ਸਾਰੀ ਜ਼ਿੰਦਗੀ ਦਾ ਟ੍ਰੇਜਰ ਬਣ ਜਾਏ, ਜੇ ਉਹ ਮੇਰੀ ਜ਼ਿੰਦਗੀ ਦਾ ਮੰਤਵ ਤੇ ਪ੍ਰਾਪਤੀ ਬਣ ਜਾਏ, ਇਹ ਹੈ ਅਸਲ। ਗੁਰੂ ਸਾਹਿਬ ਜੀ ਇਹ ਕਹਿ ਰਹੇ ਹਨ ਕਿ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾ। ਸੋ ਮੇਰੀ ਬੇਨਤੀ ਇਹ ਹੈ ਕਿ ਇਸ ਤੇ ਪਹੁੰਚੀਏ ਕਿੰਜ। ਮੈਂ ਅੱਜ ਬੱਚਿਆਂ ਨਾਲ, ਬੱਚਿਆਂ ਦੇ ਮੈਂਟਰਸ ਨਾਲ, ਉਹਨਾਂ ਦੇ ਪੇਰੈਂਟਸ ਨਾਲ, ਤੇ ਸਭ ਤੋਂ ਵੱਧ ਇਸ ਆਪਣੇ ਮਨ ਨਾਲ, ਆਪਣੀ ਬੁੱਧੀ ਨਾਲ, ਆਪਣੀ ਸਮਝ ਨਾਲ ਇਸ ਸੋਚਣ ਦਾ ਯਤਨ ਕਰਨਾ ਹੈ। ਮੇਰੀਆਂ ਅੱਖਾਂ ਖੁੱਲਣ, ਦਿਨ ਜਦੋਂ ਸ਼ੁਰੂ ਹੁੰਦਾ ਹੈ, ਸਮਝੋ ਮੇਰਾ ਟ੍ਰੇਜਰ ਸ਼ੁਰੂ ਹੋ ਗਿਆ। ਇੱਕ ਦਿਨ ਵਿੱਚ 24 ਘੰਟੇ ਮੇਰੇ, 8 ਪੈਰ ਮੇਰੇ। ਅੱਖਾਂ ਖੁੱਲਣ, ਮੈਂ ਅੱਖਾਂ ਖੋਲਾਂ, ਹਾਲੇ ਮੰਜੇ ਦੇ ਉੱਪਰ ਪਿਆ, ਅੱਖਾਂ ਖੋਲਾਂ, ਮੇਰੇ ਮੂੰਹ ਚੋਂ ਕੀ ਨਿਕਲੇ? ਵਾਹ, ਇੱਕ ਓੰਕਾਰ, ਸਤਿਨਾਮ। ਹੁਣੇ ਵਰਿੰਦਰ ਜੀ ਨੇ ਇਸ ਲੈਕਚਰ ਦੀ ਪ੍ਰਾਰੰਭ ਇਸ ਮੂਲ ਮੰਤਰ ਨਾਲ ਕੀਤੀ ਹੈ। ਇਹ ਸਿਰਫ ਲੈਕਚਰ ਪ੍ਰਾਰੰਭ ਕਰਨ ਲਈ ਨਹੀਂ, ਉਹਨਾਂ ਦਾ ਇਹ ਸੰਕੇਤ ਹੈ ਕਿ ਕੋਈ ਵੀ ਕਿਰਿਆ ਕਰੋ,
स्टार्ट ये अकाल पुरख है। यूं है समझो कि रात ते मैं सुता रहा, मैनू पता नहीं मैं किथे सा, पता नहीं केड़े सफरां च, केड़े ड्रीम्स च, नहीं ड्रीम्स च, लेकिन अखां खोल दे मेरी पहली पकड़ किथे होवे। जिहड़ा पावर हाउस है मेरा, उस दे नाल मैं रल के प्रज्वलित हो जावां, प्रकाशित हो जावां। मेरे जीवन दे श्वास का प्रारंभ ये होना चाहिए, क्योंकि मैं ओ हां, मैं ओदे लई हां, ओ मेरे लई है। तू मेरा, मैं तेरा, हूं तेरा, तू हमारा, जुग में राम नाम निस्तारा। मेरा रिलेशन ते वाहिगुरु नाल है। ये जो कुछ मैं देख रहा है मेरे रिलेशन नहीं, ये मेरे साधन ने। मैं एक पहले गल कर दिया, क्योंकि वो जरा करड़ी जी गल है, तो मैं हुणे किसी नाल कीती सी, कोई इन्फॉर्मेशन कमिश्नर ने पंजाब दे, उन्हां नाल मैं क्या, सिख धर्म दे विच दो ऐसे विचार ने जिहड़े किसी भी धर्म विच नहीं। एक वर्त नहीं रखना, सारे धर्म किसी ना किसी तरह, किसी ना किसी वेले अन्न तजन नहीं। सिख धर्म है अन्न छोड़ करे पाखंड। रब ने रिजक दिता है, खाओ पियो मौज करो, ऐश ना करो, मौज करो, लेकिन इनू ऐश इशरत विलासता ना बने। रब ने मानने लिए दिता है। मैं बहुत ही वजाहित एक्सप्लेनेशन नहीं करा। दूजी ये है जिहड़े साडे भुलेवे ने कि मेरा परिवार ही सब कुछ है। सारे धर्म, माता पिता की सेवा करो, बच्चों नूं पालना करना, इन्ने वड्डे विचार ने। हर बंदा हर थां व्हाट्सएप विच भरिया, मां दा ध्यान रखो, प्यो दा रखो, भरावां दा रखो, सोशल ग्रुप्स। बंधन मात पिता संसार, बंधन सुत कन्या अरनार। गुरु जी कहते ने ये तेरे बंधन ने, ये तेरे उद्देश नहीं, ये तेरे साधन हो सकते ने, लेकिन इन्हां नूं बंधन ना बनाना। जे इन्हां लई ही जीना शुरू कर, ये नहीं कि उन्हां दी पालना ना करो, मैं ये नहीं कह रहा माता पिता का सत्कार ना, लेकिन ये ही करना वही होएगा जो कीड़े मकोड़े कि अपने बच्चे पैदा करने से अपने पेरेंट्स नाल रिलेशनशिप नहीं। सो अखां खुल दे पहला कारज किसी होर नाल सत श्री अकाल व्हाट्सएप करके हेलो जी और भेजने शुरू कर दो, गुड मॉर्निंग जी। मीनिंगलैस एक्टिविटी विच अपने सेकंड्स ना गवाओ। तुहाडे सेकंड्स मोस्ट प्रेशियस थिंग ऑन अर्थ एंड इन योर लाइफ हैन। इन्हां नूं संभालो, अपने तार दा कनैक्शन पावर हाउस दे नाल लाओ, ताकि चानना ही चानना सारे संसार विच चानना हो जाए। वो पावर हाउस मेरा इको ओंकार सतनाम। सो मेरी बेनती सारियां नूं ये है, अखां खोल दे, सिद्धा वाहिगुरु नाल तुहाडे मुख तो, तुहाडे श्वास विचों, तुहाडे शरीर चों सुते हुए, उठते हुए बैठ जाओ, चौकड़ी मार लो। 5 वारी करो, 10 वारी करो, 15 मिनट करो, आधा घंटा करो। मेरे एक मित्र ने वो 3 बजे उठ के 6 बजे तक वाहिगुरु नाल जुड़े रह जाते। वाहिगुरु इहो जी मेहर भी सानू करे। लेकिन मैं तुहानू सारियां नू पहली बेनती ये करदा हां, तुहानू आत्म प्रकाश ने एक पूरी समय सारणी दिती हुई है, टाइम टेबल, टास्क्स,
ਆਤਮ ਪ੍ਰਕਾਸ਼ ਬਣਾ ਕੇ ਦਿੱਤੀ। ਮੈਂ ਉਹਨਾਂ ਨੂੰ ਕਿੰਤੂ ਪਰੰਤੂ ਕਰਨ ਨਹੀਂ ਆਇਆ, ਨਾ ਉਹਦੇ 'ਚ ਕੋਈ ਮੋਡੀਫਿਕੇਸ਼ਨ ਨਾ ਐਡ ਕਰਨ ਆਇਆ। ਮੈਂ ਉਹਦੇ ਵਿੱਚ ਜਾਨ ਪਾਣ ਆਇਆ। ਮੈਂ ਚਾਹਨਾ ਕਿ ਉਹਦੇ ਵਿੱਚ ਜਾਨ ਪਾ। ਪਹਿਲਾ, my first claim on my first breath in life when I get up in the morning should be ਵਾਹਿਗੁਰੂ ਏਕ ਓੰਕਾਰ ਸਤਿਨਾਮ ਕਰਤਾ ਪੁਰਖ। ਕਿਵੇਂ ਕਰਾਂ, ਕਿਤਨੀ ਦੇਰ ਕਰਾਂ, ਮੈਂ ਤੁਹਾਡੇ ਉੱਤੇ ਛੱਡਦਾ। ਪਰ ਮੈਂ ਕਹਿ ਰਿਹਾ ਕਿ ਪਾਵਰ ਹਾਊਸ ਨਾਲ ਆਪਣਾ ਕਨੈਕਸ਼ਨ ਲਾ ਦਿਓ ਤੇ ਤੁਹਾਡਾ ਸਰੀਰ ਜਗਮਗ ਹੋ ਜਾਏ। ਕਨੈਕਸ਼ਨ ਹੋ ਗਿਆ, ਬਿਲਕੁਲ ਠੀਕ ਕਹਿੰਦੇ ਨੇ ਤੁਹਾਡੇ ਆਤਮ ਪ੍ਰਕਾਸ਼ ਦਾ ਟੇਬਲ ਕਿ ਉਠੋ, ਹਾਜ਼ਰੀ ਲਾਓ ਜਿੱਥੇ ਲਾਣੀ ਹੈ, ਕੋਸਾ ਪਾਣੀ ਪੀਓ, ਤਾਜ਼ਾ ਪਾਣੀ ਪੀਓ, ਦੰਦਾਂ ਦੀ ਸਫਾਈ ਕਰੋ, ਇਸ਼ਨਾਨ ਕਰੋ, ਸਰੀਰ ਸੰਭਾਲੋ। ਠੀਕ ਹੈ, ਇਸ ਲਈ ਸੰਭਾਲੋ ਕਿ ਚੇਤਨ ਹੋ ਜਾਏ, ਇਸ ਲਈ ਨਹੀਂ ਕਿ ਇਹ ਪ੍ਰਾਇਮਰੀ ਐਕਟੀਵਿਟੀ ਹੈ। ਸਰੀਰ ਨੂੰ ਐਕਟੀਵੇਟ ਕਰਨ ਲਈ ਹੈ। ਰੱਬ ਦੇ ਨਾਲ ਰੋਸ਼ਨਾਈ ਹੈ, ਸਰੀਰ ਦੇ ਨਾਲ ਐਕਟੀਵੇਟ ਹੈ। ਔਰ ਉਹਨਾਂ ਬੜੇ ਪਿਆਰ ਨਾਲ ਉਤੋਂ ਨਾਲ ਲਿਖਿਆ ਹੈ ਕਿ ਨਾਲ ਨਾਲ ਸਿਮਰਨ, ਨਾਲ ਨਾਲ ਸਿਮਰਨ, ਨਾਲ ਨਾਲ। ਰੱਬ ਵਿਸਰਨਾ ਨਹੀਂ, ਉਹ ਜਿਹੜਾ ਪਾਵਰ ਹਾਊਸ ਨਾਲ ਜੁੜਿਆ ਉਹਨੂੰ ਕਾਇਮ ਰੱਖਣਾ। ਉਹ ਨਾ ਸੋਚਣਾ ਹੁਣ ਬਟਨ ਇਹ ਲਾਇਆ ਜਾਂ ਦੂਜਾ ਲਾਇਆ ਜਾਂ ਤੀਜਾ ਲਾਇਆ ਤੇ ਉਹ ਕਨੈਕਸ਼ਨ ਨਾ ਟੁੱਟੇ। ਇਹ ਹੈ ਤੁਹਾਡੀ ਸਟਾਰਟ ਐਕਟੀਵਿਟੀ। ਜਿਸ ਦਿਨ ਇਹ ਮੇਰੇ ਅੰਦਰ ਪੈ ਗਈ ਤੇ ਮੈਨੂੰ ਲੱਗ ਗਿਆ ਕਿ ਮੇਰੀ ਗੰਢ, ਮੈਂ ਆਪਣੀ ਵੀਣੀ ਹੁਣ ਰੱਬ ਨੂੰ ਫੜਾ ਦਿੱਤੀ। I have given this wrist unto God. ਪਤਾ ਇਹਦਾ ਕੀ ਮਤਲਬ ਹੈ? ਸੱਚੇ ਪਾਤਸ਼ਾਹ ਇਹ ਨਾ ਛੱਡੀ, ਦੇ ਮੈਨੂੰ ਪੁਆਟੜੀਆਂ ਜਿੰਨੀਆਂ ਮਰਜ਼ੀ ਦੇਣੀਆਂ ਨੇ, ਖਿਡਾ ਮੈਨੂੰ, ਭਾਵੇਂ ਤੀਰਕ ਭਾਵੇਂ ਤੱਕੇ, ਇਹ ਤਾਂ ਵਡਾਈ ਸੀ, ਮੈਨੂੰ ਕੋਈ ਫਰਕ ਨਹੀਂ, ਵੀਣੀ ਨਾ ਛੱਡੀ। ਹੁਣ ਮੈਂ ਇਹ ਅਰਦਾਸ ਕਰਨੀ ਹੈ ਤੇ ਇਸ ਅਰਦਾਸ ਅਨੁਸਾਰ ਰੱਬ ਨੂੰ ਆਪਣੇ ਸੀਨੇ ਵਿੱਚ, ਆਪਣੇ ਸਵਾਸਾਂ ਵਿੱਚ ਹਰ ਵੇਲੇ ਲਈ ਪਕੜ ਕੇ ਰੱਖਣਾ। ਇਸ਼ਨਾਨ ਕਰ ਲਿਆ, ਚੇਤਨ ਹੋ ਗਏ, ਸਾਵਧਾਨ ਹੋ ਗਏ, ਇਕਾਗਰ ਚੀਤ ਹੋ ਜਾਓ। ਹੁਣ ਬੈਠ ਜਾਓ, ਅੰਮ੍ਰਿਤ ਵੇਲੇ ਦਾ ਨਿਤਨੇਮ ਸ਼ੁਰੂ ਕਰ। ਮੇਰਾ ਗੁਰੂ ਮੇਰੇ ਕੋਲ ਆ ਗਿਆ। ਮੈਨੂੰ ਬੜਾ ਪਿਆਰਾ ਲੱਗਦਾ ਹੈ, ਸਿੱਖਾਂ ਕੋਲ ਅਨਮੋਲ ਖਜ਼ਾਨਾ ਇਹ ਮੂਲ ਮੰਤਰ ਹੈ, ਏਕ ਓੰਕਾਰ ਸਤਿਨਾਮ। ਮੈਂ ਸਾਰੇ ਦੇ ਅਰਥ ਨਹੀਂ ਕਰ ਰਿਹਾ, ਭਾਵ ਨਹੀਂ ਦੱਸ ਰਿਹਾ, ਲੇਕਿਨ ਜਿੱਥੇ ਆ ਕੇ ਮੇਰਾ ਮਨ ਟਿਕ ਜਾਂਦਾ ਜੇ, ਉਹ ਹੈ ਮੂਲ ਮੰਤਰ ਦਾ ਆਖਰੀ ਸ਼ਬਦ, ਗੁਰ ਪ੍ਰਸਾਦ। ਮੈਂ ਹੀ ਉਹ ਸਮਝਦਾ, ਮੈਨੂੰ ਮੇਰੇ ਵਾਹਿਗੁਰੂ ਨੇ ਇਹ ਸਮਝ ਦਿੱਤੀ ਹੈ। ਇਹ ਕਿਹਾ ਮੈਂ, ਇਹ ਦੱਸਿਆ ਮੈਂ ਕਿ ਗੁਰ ਪ੍ਰਸਾਦ ਦਾ ਮਤਲਬ ਇਹ ਨਹੀਂ ਕਿ ਰੱਬ ਨੂੰ ਮਿਲਣ ਦਾ ਰਸਤਾ ਗੁਰੂ ਹੈ, ਕਿ ਗੁਰੂ ਦੀ ਕਿਰਪਾ ਨਾਲ ਮਿਲੇਗਾ। ਮੈਨੂੰ ਵਾਹਿਗੁਰੂ ਕਹਿੰਦਾ ਹੈ ਕਿ ਗੁਰੂ ਹੀ ਉਹਦੀ ਕਿਰਪਾ ਹੈ। ਉਹ ਸਾਰੇ ਗੁਰੂ ਦੀ, ਅਕਾਲ ਪੁਰਖ ਦੀਆਂ ਵਿਸ਼ੇਸ਼ਤਾਵਾਂ ਦੱਸ ਰਿਹਾ। ਉਹ ਅੱਗੋਂ ਕਾਂਟਾ ਬਦਲਿਆ ਨਹੀਂ, ਉੱਥੇ ਹੀ ਹੈ ਕਿ ਗੁਰੂ ਉਹਦੀ ਪ੍ਰਸਾਦ ਹੈ, ਉਹਦੀ ਕਿਰਪਾ ਹੈ, ਉਹ ਵਸਿਆ ਹੋਇਆ। ਜਦੋਂ ਵਾਹਿਗੁਰੂ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ, ਜਦੋਂ ਉਹ ਪ੍ਰਜਵਲਿਤ ਹੋ ਕੇ ਮੇਰੇ ਅੰਦਰ ਆ ਜਾਂਦਾ ਹੈ, ਪ੍ਰਭ ਬਾਣੀ ਸ਼ਬਦ ਸੁਭਾਗੇ। ਉਹ ਪ੍ਰਭੂ ਜਿਹੜਾ ਹੈ ਉਹ ਬਾਣੀ ਬਣ ਕੇ ਮੇਰੇ ਅੰਦਰ ਸੋਹਣੇ ਸ਼ਬਦ ਬਣ ਜਾਂਦੇ ਹੈ, ਉਹ ਕਿਰਪਾ ਬਣ ਜਾਂਦਾ ਹੈ। ਸੋ ਗੁਰੂ ਉਹਦੀ ਕਿਰਪਾ ਹੈ। ਵਾਹਿਗੁਰੂ ਨੇ, ਉਹ ਅਲੱਖ ਹੈ, ਅਗੰਮ ਹੈ, ਅਪਾਰ ਹੈ, ਲੇਕਿਨ ਗੁਰ ਕਾਢ ਤਲੀ ਦਿਖਲਾਇਆ ਥਾ। ਗੁਰੂ ਨੇ ਤਾਂ ਤਲੀ ਦੇ ਉੱਤੇ ਜਿਵੇਂ ਉਹ ਆ ਜਾਏ ਨਾ, ਸਭ ਤੋਂ ਨੇੜੇ ਚੀਜ਼ ਬੰਦਾ ਵੇਖਦਾ ਤੇ ਕਹਿੰਦਾ ਇਹ ਮੇਰੇ ਕੋਲ ਹੈ, ਉਹ ਇੰਜ ਮੇਰੇ ਕੋਲ ਆ ਜਾਂਦਾ।
ਸੋ ਮੇਰੇ ਪਿਆਰਿਓ, ਹੁਣ ਅੰਮ੍ਰਿਤ ਵੇਲੇ ਦਾ ਫਿਰ ਨਿਤਨੇਮ ਕਰੀਏ। ਹੁਣ ਪ੍ਰਭੂ ਦੇ ਗੁਰੂ ਰੂਪ ਨੂੰ ਅਸੀਂ ਆਪਣੇ ਕੋਲ ਲੈ ਆਈਏ ਤੇ ਪਾਠ ਕਰੀਏ। ਇਹ ਤੁਹਾਡੇ ਸਾਰਣੀ ਦੇ ਵਿੱਚ ਦਿੱਤਾ ਹੋਇਆ। ਅੰਮ੍ਰਿਤ ਵੇਲੇ ਦਾ ਨਿਤਨੇਮ ਕਰਨਾ ਹੈ ਤੇ ਅਰਦਾਸ ਕਰਨੀ। ਮੈਂ ਇਹਦੇ ਵਿੱਚ ਕੁਝ ਹੋਰ ਪਾਣ ਲੱਗਾ। ਸਿਰਫ ਪਾਠ ਨਹੀਂ ਕਰਨਾ, ਕਿੰਜ ਪਾਠ ਕਰਨਾ ਇਹ ਵੀ ਬੜਾ ਜ਼ਰੂਰੀ ਹੈ। ਪਹਿਲੀ ਗੱਲ ਕਿ ਸਹਿਜੇ ਸਹਿਜੇ ਕਰਨਾ, ਗੱਡੀ ਨਹੀਂ ਚਲਾਣੀ, ਮੁਕਾਣਾ ਨਹੀਂ, ਪਾਠ ਨੂੰ ਮਗਰੋਂ ਨਹੀਂ ਲਾਣਾ। ਇੱਕ ਓਂਕਾਰ ਸਤਿਨਾਮ ਤੇ ਕਿਸ ਵੇਲੇ ਨਾਨਕ ਨਾਮ ਚੜ੍ਹਦੀ ਕਲਾ ਤੱਕ ਪਹੁੰਚ ਗਏ, ਇਹ ਨਹੀਂ। ਸਹਿਜੇ ਸਹਿਜੇ ਸ਼ੁੱਧ ਪਾਠ ਕਰਨਾ, ਸ਼ੁੱਧ ਹਿਰਦੇ ਨਾਲ ਕਰਨਾ, ਜਿਹਦਾ ਭਾਵ ਹੈ ਸਿਦਕ ਨਾਲ ਕਰਨਾ, ਅੰਦਰੋਂ ਪਿਆਰ ਨਾਲ ਕਰਨਾ। ਕਿਉਂ ਛੂਟੇ ਬਿਨ ਪਿਆਰ? ਗੁਰੂ ਜੀ ਕਹਿੰਦੇ ਨੇ ਪ੍ਰਭੂ ਦੇ ਪਿਆਰ ਦੇ ਬਿਨਾ ਤੇਰਾ ਹੋਰ ਕੋਈ ਛੁਟਕਾਰਾ ਨਹੀਂ ਹੈ, ਉਸੇ ਦੇ ਨਾਲ ਗੰਢ ਪਾਣੀ ਹੈ। ਸੋ ਸ਼ੁੱਧ ਪਾਠ ਕਰਨਾ, ਸਹਿਜੇ ਸਹਿਜੇ ਕਰਨਾ। ਸ਼ੁੱਧ ਦਾ ਭਾਵ ਹੈ ਜੋ ਗੁਰੂ ਜੀ ਨੇ ਕਿਹਾ। ਮੈਂ ਹੁਣੇ ਤੁਹਾਨੂੰ ਦੱਸਿਆ ਸੀ ਨਾ, ਮੈਂ ਤਾਂ ਵਿਸ਼ਾ ਮਿਲਿਆ ਮਾਨਸ ਜਨਮ, ਮੈਂ ਤਾਂ ਟੋਲਦਾ ਰਿਹਾ ਕਿ ਮਾਨਸ ਹੈ ਕਿ ਮਾਨਸ ਹੈ। ਕਿੱਥੇ ਮਾਨਸ ਆਇਆ? ਸਿਰਫ ਇੱਕ ਥਾਂ ਮਾਨਸ ਆਇਆ, ਬਾਕੀ ਥਾਂ ਮਾਨਸ ਆਇਆ। ਅਰਥਾਂ ਵਿੱਚ ਸ਼ਾਇਦ ਕੋਈ ਫਰਕ ਨਹੀਂ ਨਾ ਪਵੇ, ਮੈਨੂੰ ਨਹੀਂ ਪਤਾ, ਵਿਦਵਾਨ ਜਾਣਨ। ਮੈਂ ਵਿਦਵਾਨ ਨਹੀਂ ਜੇ, ਮੈਂ ਤੁਹਾਡੇ ਵਰਗਾ ਇੱਕ ਸਧਾਰਨ ਵਿਅਕਤੀ ਹਾਂ। ਸਧਾਰਨ ਗੱਲਾਂ ਕਰਕੇ ਤੁਹਾਡੇ ਤੋਂ ਮੈਂ ਵਕਤ ਪੂਰਾ ਕਰਨ ਆਇਆ ਹਾਂ, ਹੁਕਮ ਦਾ ਬੱਧਾ ਬੈਠਾ ਹਾਂ। ਲੇਕਿਨ ਸ਼ੁੱਧ ਪਾਠ, ਜਿੱਥੇ ਲਾਂ ਹੈ ਲਾਂ ਪੜੋ, ਦੁਲਾਂ ਹੈ ਦੁਲਾਂ, ਸਿਹਾਰੀ ਹੈ ਸਿਹਾਰੀ, ਔਂਕੜ ਹੈ ਆਂਕੜ, ਔਰ ਅੱਖਰ ਨੰਨਾ ਹੈ ਤਾਂ ਨੰਨਾ ਪੜੋ, ਨਾਣਾ ਹੈ ਤਾਂ ਨਾਣਾ ਹੈ। ਤੇ ਕਬੀਰ ਨੂੰ ਛੱਡੋ ਨਾ, ਜੇ ਤੁਕ ਪੂਰੀ ਕਰਨੀ ਹੈ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਜੀ, ਇਹ ਪੜ੍ਹਨਾ ਹੈ। ਜੇ ਅਸੀਂ ਗੁਰੂ ਅਮਰਦਾਸ ਜੀ ਦਾ ਪੜ੍ਹਨਾ, ਇਹੋ ਮਾਨਸ ਜਨਮ ਦੁਲੰਭ, ਨਾਮ ਬਿਨਾ ਬਿਰਥਾ ਸਭ ਜਾਏ। ਜੇ ਇਹ ਗੁਰੂ ਰਾਮਦਾਸ ਜੀ ਦਾ ਇਹ ਸ਼ਬਦ ਹੈ, ਗੁਰੂ ਅਮਰਦਾਸ ਜੀ ਦਾ ਹੈ, ਮਾਨਸ ਜਨਮ ਦੁਲੰਭ ਹੈ, ਜਗ ਮੈਂ ਖਟਿਆ ਆਏ। ਸੋ ਅਸੀਂ ਇਸ ਦੁਲੰਭ ਕਰਨ ਲਈ ਨਿਤਨੇਮ ਹੀ ਮੇਰਾ ਪ੍ਰਾਰੰਭ ਹੈ। ਦਿਸ ਇਜ਼ ਮਾਈ ਪ੍ਰਾਇਮਰੀ ਐਕਟੀਵਿਟੀ। ਅਸੀਂ ਇਹਨੂੰ ਨਹੀਂ ਸਮਝਦੇ, ਮੈਨੂੰ ਪਤਾ ਹੈ। ਮੈਂ ਜਦੋਂ ਆਪਣੇ ਬੱਚੇ ਨੂੰ, ਨਿੱਕੇ ਨੂੰ ਪਾਠ ਲਾਉਣ ਲੱਗਾ ਸੀ ਤੇ ਮੇਰੀ ਪਤਨੀ ਰੋਕਦੀ ਸੀ ਕਿ ਉਹਦੇ ਸਕੂਲ ਦਾ ਟਾਈਮ ਹੁੰਦਾ ਜਾ ਰਿਹਾ, ਤੁਸੀਂ ਉਹਨੂੰ ਕਿਹੜੇ ਧੰਦੇ ਵਿੱਚ ਪਾ ਦਿੱਤਾ ਹੈ। ਹੁਣ ਕਹਿੰਦੀ ਹੈ ਕਿ ਸਿਰਫ ਉਹੀ ਵਕਤ ਠੀਕ ਸੀ। ਹੁਣ ਉਹ ਆਪ ਆਪਣੇ ਬੱਚਿਆਂ ਨੂੰ ਲਾਉਣ ਵਿੱਚ ਲੱਗਿਆ ਹੈ। ਸੋ ਸਹਿਜੇ ਪੜ੍ਹਨਾ ਹੈ, ਸ਼ੁੱਧ ਸਿਦਕ ਤੇ ਸਮਝ ਨਾਲ ਪੜ੍ਹਨਾ ਹੈ, ਜਿਸ ਨਾਲ ਕੁਝ ਅੰਦਰ ਵੀ ਜਾਏ। ਆਤਮ ਪ੍ਰਕਾਸ਼ ਨੇ ਬੜਾ ਸੋਹਣਾ ਤੁਹਾਨੂੰ ਸਮਾਂ ਦਿੱਤਾ ਹੈ ਕਿ ਗੁਰਬਾਣੀ ਅਧਿਐਨ ਦਾ ਵੱਖਰਾ ਵੀ ਪੀਰੀਅਡ ਲਾਇਆ 6ਵੇਂ ਸਟੈਪ ਤੇ। ਮੈਂ ਕਹਿੰਦਾ ਨਾਲ ਵੀ ਉਹ ਨਾਲ ਵੀ ਅਧਿਐਨ, ਇਨ ਸੈਂਸ ਕਿ ਉਹਦਾ ਮੀਨਿੰਗ ਮੇਰੇ ਅੰਦਰ ਵੜ ਜਾਏ, ਧਸ ਜਾਏ। ਤੇ ਅਰਦਾਸ ਕਰੋ। ਅਰਦਾਸ ਵਸਤੂ ਨਾ ਮੰਗਣਾ। ਅਰਦਾਸ ਕੋਈ ਘਟਨਾ ਨਾ ਮੰਗ ਲੈ, ਇਹ ਹੋ ਜਾਏ ਤੇ ਅਰਦਾਸ ਕੇਵਲ ਤੇ ਕੇਵਲ ਸਿੱਖਾਂ ਨੂੰ ਕੀ ਮਿਲੇ? ਸਿੱਖਾਂ ਨੂੰ ਸਿੱਖੀ ਦਾ, ਕੇਸ ਦਾ, ਵਿਵੇਕ ਦਾ, ਰਹਿਤ ਦਾ, ਭਰੋਸਾ ਦਾ, ਇਹ ਸਾਰਾ ਅਸੀਂ ਇਹ ਸਾਰਾ ਦਾ ਭਜਾ ਜਾਂਦੇ ਹਾਂ ਅਰਦਾਸ ਵਿੱਚ। ਤੇ ਅਖੀਰ ਤੇ ਸ਼ੁਰੂ ਨੇ ਸੱਚੇ ਪਾਤਸ਼ਾਹ ਨਵਾਂ ਦਿਨ ਚੜਿਆ ਜੀ, ਹੁਣ ਮਿਹਰ ਕਰੀ, ਇਹ ਜਿਹੜਾ ਮੇਰਾ ਕੰਮ ਰਹਿੰਦਾ ਉਹ ਮੇਰੇ ਅੰਦਰ ਕੰਮ ਵੜ ਜਾਂਦੇ। ਹਾਲੇ ਦੂਰ, ਹਾਲੇ ਨਹੀਂ, ਹਾਲੇ ਨਹੀਂ। ਸੋ ਪਾਠ ਕਰਦੇ ਟਾਈਮ ਦਿਓ। ਫਿਰ ਉਹਦੇ ਬਾਅਦ ਤੁਹਾਡੀ ਐਕਟੀਵਿਟੀ ਉਹਨਾਂ ਬੜੀ ਸੋਹਣੀ ਦਿੱਤੀ। ਥੋੜਾ ਜਿਹਾ ਖਾਣ ਪੀਣ ਲੈ ਲਓ, ਭੁੱਜੇ ਬਦਾਮ ਲਓ, ਪੁੰਗਰੇ ਲਓ, ਭੋਜਨ ਲਓ, ਛੋਲੇ ਲਓ, ਦੁੱਧ ਛਕੋ, ਜਿਤਨੇ ਤੁਹਾਡੇ ਸਾਧਨ ਵਾਹਿਗੁਰੂ ਦਿੱਤੇ ਨੇ ਲਓ।
ਬੇਸ਼ੱਕ ਅਖਰੋਟ ਗਿਰੀਆਂ ਖਾਓ, ਤੇ ਜੇ ਨਹੀਂ ਮਿਲਦਾ ਤਾਂ ਰਾਤ ਦਾ ਬਿਹਾ ਫੁਲਕਾ ਉੱਤੇ ਗੁੜ ਦੀ ਨਿੱਕੀ ਜਿਹੀ ਭੋਰੀ ਨਾਲ ਜੇ ਚਾਹ ਦਾ ਕੱਪ ਜਾਂ ਦੁੱਧ ਦਾ ਲੈ ਲਓ ਤਾਂ ਵੀ ਤੁਹਾਡੀ ਉਹ ਤਾਕਤ ਬਣ ਜਾਏ। ਤਾਕਤ ਉੱਥੋਂ ਆਉਣੀ ਹੈ ਜਿੱਥੋਂ ਤੁਸੀਂ ਆਪਣਾ ਸਵਿਚ ਆਨ ਕੀਤਾ ਸੀ, ਉਹ ਦੇਗਾ। ਫਿਰ ਉਹਨਾਂ ਨੇ ਕਿਹਾ ਕਿ ਗੁਰਬਾਣੀ ਅਧਿਐਨ ਕਰੋ, ਕੰਠ ਲਈ ਯਤਨ ਕਰੋ। ਠੀਕ ਹੈ, ਅਸੀਂ ਇੱਕ ਸੰਸਥਾ ਖੋਲੀ ਹੈ, ਸਕਾਲਰਸ਼ਿਪ ਦਿੰਦੇ ਹਾਂ। ਮੈਂ ਉਹਨਾਂ ਨੂੰ ਨਹੀਂ ਕਹਿੰਦਾ, ਪੁੱਛਦਾ ਬਾਣੀ ਕਿਹੜੀ ਕੰਠ ਹੈ, ਰੋਜ਼ ਕਿਹੜਾ ਪਾਠ ਕਰਦੇ ਹੋ, ਉਹ ਦੱਸਦੇ ਨੇ। ਮੈਂ ਬਹੁਤ ਪੁੱਛਦਾ, ਜਾਪ ਸਾਹਿਬ ਕੋਲ ਹਾਂਜੀ ਕਰਦੇ ਹਾਂ। ਮੈਂ ਕਹਿੰਦਾ ਸੁਣਾਓ ਜੀ ਕੋਈ, ਕਹਿੰਦੇ ਜੀ ਕੰਠ ਨਹੀਂ ਹੋਇਆ। ਵੀ ਜੇ ਰੋਜ਼ ਕਰੋਗੇ ਤੇ ਉਹਨੇ ਕੰਠ ਹੋ ਜਾਣਾ ਜੇ, ਉਹ ਤੁਹਾਨੂੰ ਢਿੱਲ ਨਹੀਂ ਲਾਉਣਾ ਪੈਣਾ, ਉਹ ਧੱਕਾ ਨਹੀਂ ਲਾਉਣਾ ਪੈਣਾ। ਜੇ ਤੁਸੀਂ ਬੋਲੀ ਜਾਓਗੇ ਉਹ ਕੰਠ ਹੋ ਜਾਏਗਾ। ਅਸੀਂ ਛੋਟੇ ਛੋਟੇ ਸਾਂ, ਮੈਨੂੰ ਪਤਾ ਨਹੀਂ, ਹੁਣ ਤਾਂ ਬੜੇ ਵੱਡੇ ਮਹਿੰਗੇ ਤੇ ਔਖੇ ਜਿਹੇ ਸਕੂਲ ਹੋ ਗਏ ਨੇ। ਅਸੀਂ ਆਪਣੀ ਤਖਤੀ ਲੈ ਕੇ ਉੱਤੇ ਲਿਖਦੇ ਹੁੰਦੇ ਸੀ ਤੇ ਨਾਲ ਘੁਮਾਉਂਦੇ ਸੀ, ਤੇ ਜਦੋਂ ਪਹਾੜੇ ਪੜ੍ਹਦੇ ਸਾਂ 2 ਦੂਣੀ 4 ਤੇ ਦੂਣੀ 6, 4 ਦੂਣੀ 8, ਸਾਨੂੰ ਨਹੀਂ ਸੀ ਪਤਾ ਇਹਦਾ ਮਤਲਬ ਕੀ ਹੈ। ਫੰਡਾਮੈਂਟਲਸ ਆਫ ਨੰਬਰਸ ਤਾਂ ਬੜੀ ਦੇਰ ਬਾਅਦ PhD ਦੇ ਬਾਅਦ ਮੈਥਮੈਟਿਕਸ ਦੀਆਂ ਕਿਤਾਬਾਂ ਦੇ ਵਿੱਚੋਂ ਪੜ੍ਹੇ, ਲੇਕਿਨ ਉਹ ਮੇਰੇ ਬਣ ਗਏ। 4 ਦੂਣੀ 8 ਮੈਂ ਸੋਚਣਾ ਨਹੀਂ ਪਾਉਂਦਾ ਕਿ 4 ਵਾਰੀ 2 ਕਰਕੇ ਹੁਣ ਮੈਂ ਜਮਾ ਕਰਾਂਗਾ, ਇਹ ਥਿਊਰੀ ਹੈ, ਨਹੀਂ, ਮੇਰੇ ਅੰਦਰ ਆ ਗਿਆ। ਸੋ ਪਲੀਜ਼ ਅਧਿਐਨ ਤੇ ਕੰਠ ਸਮਝੋ ਇੱਕੋ ਚੀਜ਼ ਹੈ। ਜੇ ਸਹਿਜ ਨਾਲ ਪਾਠ ਕਰੋਗੇ ਤਾਂ ਕੰਠ ਕਰਨਾ ਬੜਾ ਸੁਖਾਲਾ ਹੋ ਜਾਏ। ਫਿਰ ਤੁਹਾਨੂੰ ਸਟੈਪ ਦਿੱਤੇ ਨੇ, ਤਿਆਰ ਹੋਵੋ, ਪੋਜ਼ਿਟਿਵ ਥਿੰਕਰਸ ਦੇ ਲਾਓ, ਸਵੇਰ ਦਾ ਖਾਣਾ ਖਾਓ। ਮੈਂ ਨਹੀਂ ਖਾਂਦਾ, ਕੀ ਖਾਓ, ਲੇਕਿਨ ਸਵਾਦ ਕਰਕੇ ਸਿਰਫ ਨਾ ਖਾਓ, ਸਵਾਦ ਵੀ ਲਵੋ। ਲੇਕਿਨ ਜੇ ਸਿਰਫ ਸਵਾਦ ਲਈ ਕੁਝ ਖਾਓਗੇ ਉਹ ਜ਼ਰੂਰ ਔਖਿਆਂ ਕਰੇਗੀ। ਜਿਤਨੇ ਰਸ ਅਨਰਸ ਅਸੀਂ ਚੱਖਾਂਗੇ ਉਹ ਸਾਡੇ ਲਈ ਔਖ ਬਣਦੇ ਨੇ। ਸਾਦਾ ਭੋਜਨ, ਪੌਸ਼ਟਿਕ ਭੋਜਨ, ਤਾਕਤ ਵਾਲਾ, ਉਹ ਜ਼ਿਆਦਾ ਚੰਗਾ ਹੈ। ਤਿਆਰ ਹੋਵੋ, ਨਾਲ ਨਾਲ ਸਿਮਰਨ ਕਰੋ, ਵਾਹਿਗੁਰੂ 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 ਦੀ ਝੜੀ ਲੱਗੀ ਹੋਏ। ਜੇ ਪਾਠ ਕੀਤਾ ਸੱਚੀ ਮੁੱਚੀ ਪਿਆਰ ਨਾਲ, ਸਿਦਕ ਨਾਲ, ਸਹਿਜ ਨਾਲ, ਸਮਝ ਨਾਲ ਕੀਤਾ ਤਾਂ ਫਿਰ ਮੇਰੇ ਅੰਦਰ ਉਹ ਵੀ ਚੱਲੇਗਾ ਜੇ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਅਜੈ ਅਲੈ ਅਭੈ ਅਭੈ, ਗੁਣਗਨ ਪ੍ਰਣਾਮ ਗੁਣਗਨ ਪ੍ਰਣਾਮ, ਉਹ ਸਾਰੇ ਅੰਦਰ ਵੱਜ ਜਾਏਗਾ। ਜੇ ਉਹ ਟਕੋਰ ਕਰਦਾ ਸਮਝੋ ਪਾਠ ਕੀਤਾ। ਸਵੇਰ ਦਾ ਖਾਣਾ ਖਾ ਲਿਆ, ਗੁਰਦੁਆਰੇ ਜਾਓ, ਸੰਗਤ ਜਾਓ, ਸੁੱਖਾਂ ਨਾਲ ਗੁਰੂ ਦੀ ਸੰਗਤ ਕਰੋ। ਅੱਜ ਕੱਲ ਸੰਗਤ ਨਹੀਂ ਹੈ ਤਾਂ ਕੀ ਕਰੀਏ ਜੀ, ਉਹ ਗੁਰੂ ਹਰ ਵੇਲੇ ਹੈ, ਹਰ ਥਾਂ ਹੈ। ਗੁਰੂ ਨਾਨਕ ਆ ਕੇ ਤੇ ਗਿਆ ਨਹੀਂ, ਉਹ ਸ਼ਬਦ ਰੂਪ ਬਣ ਕੇ ਗੁਰਪ੍ਰਸਾਦ, ਉਸੇ ਪ੍ਰਭੂ ਦੀ ਕਿਰਪਾ ਬਣ ਕੇ ਬੈਠਾ ਹੋਇਆ ਜੇ। ਬਾਣੀ ਰੂਪ ਹੈ, ਸ਼ਬਦ ਰੂਪ ਹੈ, ਗਿਆਨ ਰੂਪ ਹੈ, ਜੋਤ ਰੂਪ ਹੈ, ਅਨੁਭਵ ਰੂਪ ਹੈ, ਉਹ ਮੇਰੇ ਸਾਹਮਣੇ ਹੈ, ਪ੍ਰਗਟ ਰੂਪ ਹੈ। ਸੋ ਸੰਗਤ ਦੀ ਸੇਵਾ ਵੀ ਕਰੋ, ਗੁਰੂ ਨਾਲ ਜੁੜੋ, ਖਾਣਾ ਖਾਓ, ਆਪਣਾ ਸਮਾਂ ਲੈ ਕੇ ਸਕੂਲ, ਕਾਲਜ, ਦਫ਼ਤਰ ਜਾਓ। ਇੰਜ ਜਾਓ ਕਿ ਤੁਹਾਨੂੰ ਖੁਸ਼ੀ ਮਿਲੇ, ਉਹ ਬਰਡਨ ਨਾ ਬਣੇ। ਸਕੂਲ ਜਾਂਦੇ ਨਾ ਲੱਗੇ ਕਿ ਫਸਤਾ ਪੈ ਗਿਆ, ਇਹ ਨਾ ਲੱਗੇ ਕਿ ਇਹ ਤਾਂ ਸਿਰਫ ਮੌਜ ਹੀ ਹੈ, ਘਰ ਦਾ ਫਾਂਸੀ ਹੈ ਤੇ ਸਕੂਲ ਮੌਜ ਹੈ। ਉਹ ਦੋਨੋਂ ਪਾਸੇ ਉਲਟਾ ਉਲਟਾ ਮਾਸ। ਇਹ ਨਹੀਂ ਕਰਨਾ। ਐਵਰੀ ਮੋਮੈਂਟ ਇੰਜੋਏ ਕਰੋ, ਕਿਉਂਕਿ ਐਵਰੀ ਮੋਮੈਂਟ ਰੱਬ ਦੇ ਨਾਲ ਜੁੜੇ ਹੋਏ ਹੋ, ਜਕੜੇ ਹੋਏ। ਰੱਬ ਤੁਹਾਡੇ ਅੰਦਰ ਰੋਮ ਰੋਮ ਵਿੱਚ, ਸਵਾਸ ਸਵਾਸ ਵਿੱਚ ਆਇਆ। ਬਾਣੀ ਵਿੱਚ ਰੋਮ ਰੋਮ ਹੈ ਵਸੈ ਮੁਰਾਰ, ਉਹ ਮੁਰਾਰ ਹਰ ਥਾਂ ਵਸ ਰਿਹਾ। ਸੋ ਜਾਣ ਦਾ ਸਮਾਂ ਵੀ ਪਾਠ ਕਰਦੇ ਜਾਓ,
ਉੱਥੇ ਬੈਠੇ ਵੀ ਜਿਸ ਵੇਲੇ ਜੀ ਕਰੇ ਰੱਬ ਨਾਲ ਜੁੜ ਜਾਓ, ਉਹ ਸਮਾਂ ਬਿਤਾ ਕੇ ਆਪਣੀ ਲਾਈਫ ਨੂੰ ਨੈਚੁਰਲ ਬਣਾਓ, ਨੈਚੁਰਲ ਹਵਾ ਲਓ। ਸਾਨੂੰ ਬੜੀਆਂ ਭੈੜੀਆਂ ਆਦਤਾਂ ਪੈ ਗਈਆਂ। ਦਫ਼ਤਰ ਵਿੱਚ ਫ੍ਰੀ ਪੱਖੇ ਮਿਲ ਜਾਂਦੇ, ਫ੍ਰੀ ਬਿਜਲੀ ਮਿਲ ਜਾਂਦੀ ਹੈ, ਸਕੂਲਾਂ ਵਿੱਚ ਵੀ ਹੋ ਗਏ, ਏਸੀ ਵੀ ਲੱਗ ਗਏ। ਕੋਸ਼ਿਸ਼ ਕਰੋ ਰੱਬ ਦੀ ਦਿੱਤੀ ਹਵਾ ਤੇ ਰੱਬ ਦੀ ਦਿੱਤੀ ਧੁੱਪ, ਰੱਬ ਦੇ ਦਿੱਤੇ ਪਾਣੀ ਨੂੰ ਪੀਓ, ਖੂਬ ਪੀਓ, ਖੂਬ ਸੇਕੋ ਧੁੱਪ, ਖੂਬ ਜੀਓ। ਦੁਪਹਿਰ ਦਾ ਖਾਣਾ ਵੀ ਹੋਵੇ ਸਾਦਾ, ਸਹਿਜਵਾਰ, ਨਾਲ ਨਾਲ ਸਿਮਰਨ, ਗੁਰਬਾਣੀ ਪੜੋ ਜਾਂ ਵਾਹਿਗੁਰੂ ਵਾਹਿਗੁਰੂ ਕਰੋ। ਮੇਰੇ ਲਈ ਦੋਨੋਂ ਹੀ ਸਿਮਰਨ ਨੇ, ਦੋਨੋਂ ਹੀ ਨਾਮ ਨੇ। ਨਾਮ ਵਾਹਿਗੁਰੂ ਨਾਲ ਕਨੈਕਟ ਹੋਣਾ ਹੈ, ਤੇ ਮੈਂ ਤੇ ਉੱਥੋਂ ਕਨੈਕਸ਼ਨ ਸ਼ੁਰੂ ਕੀਤਾ ਸੀ ਨਾ, ਅੱਖਾਂ ਖੋਲਣ ਵੇਲੇ। ਉਹ ਕਨੈਕਸ਼ਨ ਲੱਗਾ ਰਹਿਣਾ ਹੈ, ਉਹ ਪਲੱਗ ਕੱਢਣਾ ਨਹੀਂ ਬਾਈ, ਉਹ ਹਾਲੇ ਵੀ ਤੁਹਾਡੇ ਨਾਲ ਹੈ। ਤੇ ਜੇ ਤੁਸੀਂ ਨੈਚੁਰਲ ਲਾਈਫ ਦੇਣੀ ਹੈ, ਤੇ ਮੈਂ ਇੱਕ ਲੈਕਚਰ ਸੁਣਿਆ ਸੀ ਬੀਬੀ ਪ੍ਰਭਜੋਤ ਕੌਰ ਜੀ ਤੋਂ, ਗਵਰਨਮੈਂਟ ਕਾਲਜ ਲੁਧਿਆਣੇ ਦੇ ਵਿੱਚ। ਉਹਨਾਂ ਦਾ ਲਾਸਟ ਡੇ ਸੀ, ਤੇ ਉਹ ਸਾਰੇ ਕਾਲਜ ਦੇ ਬੱਚਿਆਂ ਨੂੰ ਐਡਰੈਸ ਕਰ ਰਹੇ ਸਨ। ਅਸਲ ਉਹ ਮੈਨੂੰ ਬੁਲਾਣਾ ਚਾਹੁੰਦੇ ਸਨ, ਤੇ ਕੁਦਰਤੀ ਐਸਾ ਮੇਲ ਹੋਇਆ, ਉਹਨਾਂ ਦਾ ਟੈਲੀਫੋਨ ਆਇਆ ਕਿ ਮੇਰਾ ਲਾਸਟ ਡੇ ਹੈ, ਤੁਸੀਂ ਮੇਰੇ ਨਾਲ ਵਾਅਦਾ ਕੀਤਾ। ਮੈਂ ਵੀ ਉੱਥੇ ਬੈਠਾ ਸੀ, ਮੈਂ ਲੈਕਚਰ ਦਿੱਤਾ ਸੀ। ਮੈਨੂੰ ਯਾਦ ਹੈ ਜੋ ਉਹਨਾਂ ਕਿਹਾ, ਮੇਰੇ ਆਪਣੇ ਨੂੰ ਭੁੱਲ ਜਾਓ, ਲੇਕਿਨ ਉਹਨਾਂ ਕਿਹਾ ਕਿ ਤੁਹਾਡੇ ਅੰਦਰ ਜ਼ਿੰਦਗੀ ਜਿਹੜੀ ਹੈ ਉਹ ਟਪਕਦੀ ਹੋਏ। ਹੁਣੇ ਇੱਕ ਸਾਧੂ ਨੇ ਕਿਹਾ ਕਿ ਸਿਹਤ ਉਹ ਹੁੰਦੀ ਹੈ ਕਿ ਤੁਹਾਡਾ ਸਾਰਿਆਂ each cell in your body is in vibration as in enjoying life। ਸਿਰਫ ਇੰਜੋਇਮੈਂਟ ਨਹੀਂ, ਮੈਂ ਉਸ ਤੋਂ ਅੱਗੇ ਕਹਿ, ਉਹਨਾਂ ਕਿਹਾ ਸੀ ਫੁਦਕਦੇ ਰਹੋ। ਮੈਂ ਕਹਿੰਦਾ ਫੁਦਕਦੇ ਰਹੋ, ਲਟਕਦੇ ਰਹੋ, ਇੰਜੋਏ ਕਰਦੇ ਰਹੋ, ਲੇਕਿਨ ਯਾਦ ਰਹੇ ਕਿ ਮੈਂ ਆਪਣੀ ਵੀਣੀ ਇਹ ਬਾਂਹ ਮੈਂ ਸਤਿਗੁਰੂ ਨੂੰ ਅੱਖਾਂ ਖੋਲਦੇ ਦੇ ਦਿੱਤੀ ਸੀ, ਹੁਣ ਮੈਂ ਉਹ ਮੈਨੂੰ ਲਈ ਫਿਰਦੇ ਨੇ। ਇਹ ਕੜਾ ਮੇਰੇ ਸਤਿਗੁਰੂ ਦੀ ਹੱਥਕੜੀ ਹੈ, ਉਹ ਮੈਨੂੰ ਨਾਲ ਨਹੀਂ ਫਿਰਦੇ ਨੇ। ਤੇ ਮੈਂ ਉਹ ਭਾਵੇਂ ਧੀਰਕ ਭਾਵੇਂ ਧੱਕੇ ਪੁਆਟੜੀਆਂ ਦੇਣ, ਹੇਠਾਂ ਸੁੱਟਣ, ਬਾਹਰ ਸੁੱਟਣ, ਜਦ ਤੱਕ ਮੈਂ ਕਹਿਣਾ ਗੁਰੂ ਜੀ ਇਹ ਬਾਂਹ ਛੱਡਣੀ ਨਹੀਂ। ਮੈਂ ਛੱਡ ਗਿਆ, ਯੋਗਾ ਛੱਡ ਗਿਆ, ਗੁਰੂ ਨੇ ਤਾਂ ਨਹੀਂ ਸੀ ਛੱਡਿਆ ਨਾ। ਉਹਨਾਂ ਕਿਹਾ ਜਾਏਗਾ ਕਿੱਥੇ ਪੁੱਤਰਾ। ਬਾਹਰ ਮੈਂ ਖੜਾ, ਖੰਡਾ ਲੈ ਕੇ, ਬੰਦੂਕ ਲੈ ਕੇ, ਕਿਰਪਾਨ ਲੈ ਕੇ ਖੜਾ, ਤੈਨੂੰ ਨਹੀਂ ਭਟਕਣ ਦੇਣਾ। ਇਸ ਲਈ ਉਹ ਜੋੜ ਜਿਹੜਾ ਜੋੜਿਆ ਹੈ ਉਹ ਹਰ ਵੇਲੇ ਤੁਹਾਡੇ ਨਾਲ ਹੋਏ। ਵਾਪਸ ਘਰ ਆਓ, ਖਾਣਾ ਖਾਓ, ਰਸਤੇ ਵਿੱਚ ਹੋ, ਦਿਨ ਵਿੱਚ ਹੋ, ਆਰਾਮ ਕਰਨ ਲੱਗੇ ਹੋ, ਉਸ ਵੇਲੇ ਵੀ ਅੱਖਾਂ ਬੰਦ ਕਰੋ, ਸੌਣਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇੱਕ ਓੰਕਾਰ ਸਤਿ। ਬਾਣੀ ਤਾਂ ਗਾਵੋ ਗੁਰੂ ਕੇ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋ, ਹਿਰਦੈ ਤਿਨਾ ਸਮਾਣੀ। ਮੇਰੇ ਹਿਰਦੇ ਵਿੱਚ ਸਮਾਈ ਹੋਈ ਹੋਣੀ ਚਾਹੀਦੀ। ਜਿਨੀ ਨਾਮ ਤੇ ਆਇਆ ਗਏ ਮਸਕ, ਜੇ ਵੇਲਾ ਵਕਤ ਵਿਚਾਰੀਏ ਕਿਤ ਵੇਲਾ ਭਗਤ ਹੋਏ। ਉਹ ਹਰ ਵੇਲੇ ਸਾਹਿਬ ਮਨੋ ਨਾ ਵਿਸਰੈ, ਰੋਮ ਰੋਮ ਮੈਂ ਵਸੈ ਮੁਰਾਰ। ਇਸ ਲਈ ਸੌਣ ਲੱਗੇ ਵੀ, ਕਸਰਤ ਕਰਨ, ਮੈਦਾਨ ਖੇਡਦੇ ਵੀ, ਘਰੇਲੂ ਕੰਮ ਵਿੱਚ ਸਹਿਯੋਗ ਜ਼ਰੂਰ ਦਿਓ। ਇਸ ਉੱਤੇ ਮੈਂ 1 ਮਿੰਟ ਲੈਣਾ ਚਾਹੁੰਦਾ। ਮੈਂ IAS ਨੂੰ ਪੜ੍ਹਾਉਂਦਾ ਰਿਹਾ। ਉਹ ਜਿਨ੍ਹਾਂ ਨੂੰ ਨੌਕਰੀ ਮਿਲ ਗਈ ਤੇ ਸਾਰੀ ਉਮਰ ਦੀ ਮਿਲ ਗਈ, ਪਾਵਰ ਵੀ ਮਿਲ ਗਈ, ਪ੍ਰੈਸਟੀਜ ਵੀ ਮਿਲ ਗਈ, ਤੇ ਮੇਰੇ ਡਾਇਰੈਕਟਰ ਨੇ ਮੈਨੂੰ ਇਹ ਕਿਹਾ ਸੀ ਕਿ ਇਹਨਾਂ ਨੂੰ ਸੂਤ ਕਰਕੇ ਰੱਖਣਾ, ਇਹ ਬਿਫਰੇ ਹੋਏ, ਇਹ
ਫੁੱਲੇ ਸਮਾਏ। ਭਾਈ ਮੈਂ ਜਦੋਂ ਬੱਚਿਆਂ ਨੂੰ ਪੜ੍ਹਾਉਂਦਾ ਰਿਹਾ, IAS ਦੀ ਇੰਟਰਵਿਊ ਲਈ ਤਿਆਰ ਕਰਦਾ, ਉੱਥੇ ਜਦੋਂ ਮੈਂ ਪੁੱਛਦਾ ਸਾਂ, ਮੈਂ ਆਪਣੀ ਅਸੈਸਮੈਂਟ ਦੇਣੀ ਹੁੰਦੀ ਸੀ ਐਜ਼ ਕਾਉਂਸਲਰ, ਮਾਰਕਸ ਦੇਣੇ ਹੁੰਦੇ ਸਨ ਜਿਹੜੇ ਉਹਨਾਂ ਦੇ UPSC ਦੇ ਰਿਜ਼ਲਟ ਦੇ ਨਾਲ ਐਡ ਹੋ ਕੇ ਉਹਨਾਂ ਦੀ ਸੀਨੀਅਰਿਟੀ ਬਣਦੇ ਨੇ IAS ਦੀ। ਉਹਦੇ ਵਿੱਚ ਮੈਂ ਪਹਿਲਾ ਪ੍ਰਸ਼ਨ ਮੈਂ ਆਖਿਆ, ਪਿਤਾ ਜੀ ਕੀ ਕਰਦੇ ਨੇ? ਕਹਿੰਦੇ ਜੀ ਸਾਈਕਲਾਂ ਦੀ ਦੁਕਾਨ ਹੈ। ਮੈਂ ਕਿਹਾ ਅੱਛਾ, ਸਾਈਕਲ ਦੇ ਕਿੰਨੇ ਪੁਰਜੇ ਹੁੰਦੇ ਨੇ? ਤੂੰ ਕਦੀ ਪਿਤਾ ਦੇ ਦੁਕਾਨ ਤੇ ਗਿਆ ਸੀ ਨਾਲ? ਕਦੀ ਉਹਨੂੰ ਦੇਖਿਆ ਸੀ? ਕਦੀ ਤੂੰ ਵੀ ਚੱਕਾ ਠੀਕ ਕੀਤਾ? ਕਦੀ ਤੂੰ ਵੀ ਗੱਜ ਠੀਕ ਕੀਤੇ ਨੇ, ਉਤਾਰਾਂ ਠੀਕ ਕੀਤੀਆਂ ਨੇ ਪਹੀਏ ਦੀਆਂ? ਕਹਿੰਨੂੰ ਪਤਾ ਹੈ ਬ੍ਰੇਕ ਕਿਸ ਵੇਲੇ ਕਿੰਜ ਲਾਈ ਦੀ ਹੈ, ਕਿੰਜ ਜੋੜੀ ਦੀ ਹੈ? It is important. Take care of ordinary things. Take extraordinary care in these things. ਤੋ ਇਸ ਲਈ ਕਸਰਤ, ਮੰਜਨ, ਖੇਡ, ਘਰੇਲੂ ਕੰਮ ਵਿੱਚ ਸਹਿਯੋਗ ਦੇਣਾ ਬਹੁਤ ਜ਼ਰੂਰੀ। ਸਿਰਫ ਇਸਤਰੀ ਲਈ ਨਹੀਂ, ਉਹ ਕੁੜੀਆਂ ਦਾ ਤਾਂ ਕਹਿੰਦੇ ਨੇ ਆਟਾ ਗੁੰਨਦੇ ਤੇ ਉਠਾ ਦੇ। ਮੁੰਡੇ ਕੋਈ ਲਿਖਾ ਕੇ ਨਹੀਂ ਲਿਆਏ ਕਿ ਟੇਬਲ ਤੇ ਬਹਿ ਜਾਣ ਤੇ ਕਹਿਣ ਮੰਮੀ ਇਹ ਹੁਣ ਜੂਠੇ ਭਾਂਡੇ ਚੁੱਕ ਲਓ ਜੀ, ਮੈਂ ਰੋਟੀ ਖਾ ਲਈ। ਤੇਰਾ ਜੀ ਕਰੇ, ਸਿਰਫ ਕਰੇ ਨਹੀਂ, ਤੇਰਾ ਜੀ ਕਰੇ ਕਿ ਮੈਂ ਆਪਣੀ ਮੰਮੀ ਦੇ ਭਾਂਡੇ ਵੀ ਮੈਂ ਚੁੱਕਾਂ, ਪਿਤਾ ਦੇ ਭਾਂਡੇ ਭੈਣਾਂ ਦੇ ਮੈਂ ਲੈ ਕੇ ਜਾਵਾਂ, ਉੱਥੇ ਧੋਵਾਂ। ਮੈਂ ਇੱਕ ਪਤਨੀ ਦੇ ਪਤੀ ਨੂੰ ਦੇਖਿਆ, ਅਚਾਨਕ ਚਲਾ ਗਿਆ। ਮੈਂ ਕਿਹਾ ਕਿੱਥੇ ਨੇ? ਉਹ ਦਰਵਾਜ਼ਾ ਖੁੱਲਾ, ਅੰਦਰ ਚਲਾ। ਮੈਂ ਕਿਹਾ ਕੀ ਕਰਦੇ ਨੇ? ਉਹ ਹੱਸੀ ਜਾਏ, ਕਹਿੰਦੇ ਜੀ ਚਲੋ ਦੇਖ ਲਓ ਹੁਣ, ਕਿਉਂਕਿ ਅੰਦਰ ਨਲਕਾ ਚੱਲਦਾ ਪਿਆ ਸੀ ਔਰ ਉਹ ਕੱਪੜੇ ਧੋ ਰਿਹਾ ਸੀ। ਕਹਿੰਦੇ ਕੀ ਹੋਇਆ? ਇਹ ਉਹਦੀ ਕਿਉਂ ਡਿਊਟੀ ਹੋਏ ਕਿ ਉਸੇ ਨੇ ਹੀ ਕੱਪੜੇ ਧੋਣੇ ਨੇ? ਮੈਂ ਕਿਉਂ ਨਹੀਂ ਧੋ ਸਕਦਾ? ਮੈਂ ਕਿਉਂ ਨਹੀਂ ਹੈਲਪ ਕਰ ਸਕਦਾ? ਇਹ ਭਾਵਨਾ ਘਰ ਦੇ ਕੰਮ ਵਿੱਚ। ਇਵੇਂ ਪੜ੍ਹਾਈ ਕਰਨੀ ਹੈ, ਸਿਲੇਬਸ ਤੋਂ ਇਲਾਵਾ ਵੀ ਕਰੋ। ਸੋ ਸਾਰਾ ਦਿਨ ਆਤਮ ਪ੍ਰਕਾਸ਼ ਦੀਆਂ ਸੇਵਾਵਾਂ, ਉਹਨਾਂ ਨੂੰ ਚਿੱਠੀਆਂ ਵੀ ਭੇਜੋ, ਉਹਨਾਂ ਨਾਲ ਉਹ ਵੀ ਕਰੋ, ਲੇਕਿਨ ਸ਼ੌਕ ਤੇ ਹੌਬੀ ਵੀ ਰੱਖੋ। ਪੜ੍ਹਾਈ ਤੋਂ ਇਲਾਵਾ ਪੜ੍ਹਾਈ ਜ਼ਹਿਮਤ ਨਾ ਹੋਏ, ਰੱਬ ਦੀ ਰਹਿਮਤ ਹੋਏ। ਮੇਰੇ ਉਹ ਸਾਇੰਟਿਸਟ ਵੀਰ ਨੇ ਕਿਹਾ ਸੀ ਤੇ ਮੈਂ ਅੱਜ ਹੀ ਕਿਸੇ ਨੂੰ ਸਾਂਝੇ ਕੀਤਾ ਹੈ ਕਿ ਜਾਂ ਤੇ ਉਹ ਕੰਮ ਚੁਣ ਲਓ, ਵਾਹਿਗੁਰੂ ਕਰੇ, ਜਿਹੜਾ ਤੁਹਾਡਾ ਸ਼ੌਕ ਹੈ, ਤੇ ਜੇ ਉਹ ਨਹੀਂ, ਰੱਬ ਨੇ ਕੋਈ ਹੋਰ ਦੇ ਦਿੱਤਾ, ਤਾਂ ਆਪਣੇ ਕੰਮ ਨੂੰ ਆਪਣਾ ਸ਼ੌਕ ਬਣਾ ਲਓ। ਉਹ ਤੁਹਾਡੀ ਹੌਬੀ, ਤੁਹਾਡਾ ਆਰਟ, ਤੁਹਾਡਾ ਕਲਚਰ, ਉਹ ਤੁਹਾਡਾ ਸਭ ਕੁਝ ਬਣ ਜਾਏ। ਸੋ ਰਾਤ ਨੂੰ ਸੌਣ ਤੇ ਪਹਿਲੇ ਕੀਰਤਨ ਸਵੇਲੇ ਦਾ ਪਾਠ ਵੀ ਭਾਈ ਜ਼ਰੂਰੀ ਹੈ ਨਾ, ਭੁੱਲਣਾ ਨਾ। ਰਹਿਰਾਸ ਸਾਹਿਬ ਵੀ ਤੁਸੀਂ ਕੀਤਾ ਹੋਣਾ, ਤੁਹਾਨੂੰ ਆਤਮ ਪ੍ਰਕਾਸ਼ ਵਾਲਿਆਂ ਨੇ ਲਿਖਿਆ ਕਿ ਆਪਣੇ ਪਰਿਵਾਰ ਦੇ ਨਾਲ ਰਲ ਕੇ ਬੈਠ ਕੇ ਰਹਿਰਾਸ ਸਾਹਿਬ ਕਰੋ। ਸ਼ੁਕਰ ਹੈ, ਮੈਂ ਤੇ ਚਾਹੁੰਦਾ ਨਿਤਨੇਮ ਵੀ ਕਿਉਂ ਨਾ ਰਲ ਕੇ ਕਰੋ। ਅੰਮ੍ਰਿਤ ਵੇਲੇ ਵੀ, ਅੰਮ੍ਰਿਤ ਵੇਲਾ ਵੀ ਸਾਂਝਾ ਹੋਣਾ ਚਾਹੀਦਾ ਪਰਿਵਾਰ ਦਾ। ਮੈਂ ਤੇ ਆਪਣੀ ਪਤਨੀ ਨੂੰ ਆਵਾਜ਼ਾਂ ਮਾਰ ਕੇ ਨਾਲ ਬਿਠਾਉਣਾ, ਉਹ ਮੈਨੂੰ ਆਵਾਜ਼ਾਂ ਮਾਰਦੀ ਆ ਜਾਓ ਜੀ ਹੁਣ ਜਪਜੀ ਸਾਹਿਬ, ਭਾਵੇਂ ਅਸੀਂ ਵੱਖਰਾ ਵੱਖਰਾ ਕਰਦੇ ਹਾਂ ਪਰ ਕੋਲ ਤੇ ਬੈਠ ਜਾਂਦੇ ਹਾਂ। ਮੈਨੂੰ ਉਹਦੀ ਪ੍ਰੈਜ਼ੈਂਸ ਦਾ ਤੇ ਗੁਰੂ ਗ੍ਰੰਥ ਸਾਹਿਬ ਦੀ ਪ੍ਰੈਜ਼ੈਂਸ ਦਾ, ਦੋਨਾਂ ਦਾ ਆਭਾਸ ਰਹੇ ਕਿ ਮੇਰਾ ਪਰਿਵਾਰ ਵੀ ਮੇਰੇ ਨਾਲ, ਮੇਰਾ ਨਿਰੰਕਾਰ ਵੀ ਨੇ। ਮੈਂ ਸ਼ੁਰੂ ਵਿੱਚ ਕਿਹਾ ਸੀ, ਜਦੋਂ ਮੇਰਾ ਪਰਿਵਾਰ ਵੀ ਮੈਨੂੰ ਨਿਰੰਕਾਰ ਦਿਸੇਗਾ ਤੇ ਮੇਰਾ ਨਿਰੰਕਾਰ ਵੀ ਮੈਨੂੰ ਮੇਰਾ ਪਰਿਵਾਰ ਹੀ ਲੱਗੇਗਾ, ਉਦੋਂ ਸਮਝਣਾ ਕਿ ਤੁਸੀਂ ਸਿੱਖੀ ਦੇ ਵੱਲ ਮੋਢਾ ਮੋੜ ਲਿਆ। ਹੁਣ ਤੁਸੀਂ ਗੁਰੂ ਦੇ ਹੁਕਮ ਦੇ ਚੱਲਣ ਵਾਲੇ ਪਾਸੇ ਤੁਰ ਪਇਓ। ਕਦੋਂ ਮੰਜ਼ਿਲ ਤੇ ਲੈ ਜਾਏਗਾ ਇਹ ਉਹ ਜਾਣੇ, ਲੇਕਿਨ ਉਹ ਰਾਤੀ ਕੰਨ ਵਿੱਚ ਬੋਲਦਾ ਤੇ ਹੈ, ਜਾਕੋ ਆਏ ਸੋਈ ਵਿਆਜ, ਜਿਸ ਲਈ ਆਏ ਸੋ ਉਹ ਸੌਦਾ ਕਰ ਲਿਆ ਜੇ। ਰਾਤੀ ਮੰਜੇ ਤੇ ਪੈਣ ਲੱਗਿਆ ਆਪਣਾ ਆਤਮ ਪ੍ਰਕਾਸ਼ ਨੂੰ ਤਾਂ ਭੇਜਦੇ ਹੀ ਹੋ, ਉਹ ਆਪਣਾ ਮੁਲਾਂਕਣ ਆਪ ਵੀ ਕਰਿਆ ਕਰੋ ਕਿ ਅੱਜ ਮੈਂ ਕਿਸ ਨਾਲ ਧੋਖਾ ਦਿੱਤਾ, ਕਿਸ ਨਾਲ ਝੂਠ ਦਿੱਤਾ,
किस नाल लड़ पिया, किसे नाल किसे वजह करके लड़िया ते किस ने नाल बिना वजह भी लड़ पिया, किस नाल तू हुंदा कौन है मैं तैनू देख लांगा ये कीता ते किस नू मैं किया। कोई गल नहीं जी, तुहाडीआं गल्लां तुहानू मुबारक। मैनू वाहिगुरू ने ये चरित्र नहीं दिता कि मैं तुहानू वापस गल्लां कढ सकां। देखना ये चोट किन्नी वड्डी है, किंज लगेगी। बड़ा गुस्सा कीता किसे ने, ते जे तुसी कर सको कि मैं गुस्से उत्ते भी गुस्से नहीं होना, मैं आप हाले इस ते नहीं पहुंचया, मैं आज भी बड़ा गुस्से होया, सच्ची गल दस रही। लेकिन मैं चाहुंदा ये आ कि मेरे नाल कोई गुस्से होवे, बोले करे, लेकिन मेरी मिठास खत्म ना होए। क्योंकि मैं किसे तो सुनिया सी, बीबी कमला जी दे छोटा जिहा सा, वो कहंदे सन, जिस रसना से जप जी का पाठ करते हो उस रसना पर झूठ कैसे आ जाता, मुझे समझ नहीं आता। तुहानू भी ये लगे कि मेरे रसना तो झूठ ना आए, सच निकले। सचों और है सब को, ऊपर सच अचार। ਇਹਦਾ मतलब ये नहीं कि सच तो ही उत्ते अचार है, ਇਹਦਾ मतलब यह है कि आचार ही असल सच है। तो जब तक तुहाडी बाणी तुहाडा आचार बन जाए, तुहाडा सचियार जीवन बन जाए, तुहाडा सच बन जाए, तुहाडा गुरु बन जाए, फिर तुहानू रोम रोम वै वसे मुरार। फिर कह सको कि जलस तू ही थलस तू ही, कह सको कि जिमी जमान के बिखै समस्त एक जोत है, न घाट है न बाट है, न घाट बाट न हान है न बान है, समान रूप जानी है, मकीनो मकान प्रमाण तेज मानी है। ये जदों आ जाए कि सब कुछ वो है और कुछ नहीं, फिर तुहाडा जीवन सफलता है। ये नहीं कहते परिवार नू छड्ड दिओ, लेकिन इस बंधन नू बंधन दी बजाए इनू रब दे मिलण दा साधन बनाओ। तुसी भी साधन बनो, माता दा साधन बनो, पिता दा साधन बनो, बच्चियां दा बनो। तुहाडे मेंटर्स बैठे ने, टीचर्स बैठे ने तुहानू पढ़ाउण वाले। मैं इन्ना योग नहीं आ कि उन्हां नू पढ़ा सकां, पर मैं इतना योग जरूर हाँ कि मैं अपने आप नू पढ़ा सकां, मैं अपने आप नू दस सकां कि मैं रोज खोज दिल हर रोज ना। फिर परेशानी नहीं होएगी जे मैं अपने दिल नू आप रोज खोज करांगा। भावें मैं टीचर होवां, भावें मैं मापियां विच हां, भावें मैं मेंटर हाँ, भावें मैं आत्म प्रकाश दा प्रबंधक हाँ, सेवादार हाँ, लेकिन हाँ ते मैं गुरु दा सिख। आया ते मैं भी वही कुछ लैनी हाँ जो असी शुरू कीता है कि मानस जन्म कबीर, मानस जन्म दुलंभ है, इन्हें बार बार नहीं होना। सो जो अवसर मिले से ही पूरे सा वक्त है ऊपर लड़ मरे। ये है तुहाडा जूझना हर रोज हर वेले, जेड़ा है कि चित्त दे विच युद्ध विचारन दा मतलब ये नहीं है। गुरु गोबिंद सिंह जी ने कहा कि हर एक दे नाल लड़न दा चित्त रख, नहीं। काम क्रोध लोभ हंकार झूठ फरेब निंदा इन्हां दे नाल हर वेले मेरा युद्ध हो रहा होवे ते मैं हौली हौली ठुमक ठुमक मटक मटक चल सखी सहेली, मेरे ठाकुर के गुण सारे। मैं ते मटकदा मटकदा लटकदा लटकदा अपने गुरु दे नाल लिपट जावां। आखिरी श्वास मेरा गुरु दे नाल निभे। ये मेरे जीवन दा मानस जन्म तां दुलंभ है। वाहिगुरु जी का खालसा, वाहिगुरु जी की फतेह। आत्म परगास